नानक देओ, जिन गुर नानक देओ, तिनको क्या उपदेसिए, तिनको क्या उपदेसिए। दीखे आँख बुझाया, सिफती सच समेओ, दीखे आँख बुझाया, सिफती सच समेओ, सिफती सच समेओ, तिनको क्या उपदेसिए, तिनको क्या उपदेसिए, जिन गुर नानक देओ, जिन गुर नानक श्लोक महला दूजा। दिखिया आँख बुझाया, सिफती सच समेओ, तिनको क्या उपदेसिए, जिन गुर नानक देओ, दिखिया आँख बुझाया, सिफती सच समेओ, तिनको क्या उपदेसिए, जिन गुर नानक देओ। महला दूजा। जे सौ चंदा उगवह, सूरज चढ़ह हजार, एते चांदन होंदियां, गुर बिन घोर अंधार। जे सौ चंदा उगवह, सूरज चढ़ह हजार, एते चानण होंदियां, गुर बिन घोर अंधार। वाहिगुरु जी का खालसा, वाहिगुरु जी की फतेह। सतगुरु गरीब नवाज पातशाह दसां पातशाहियां दी आत्मक जोत श्री गुरु ग्रंथ साहिब महाराज जी दी पावन हजूरी अंदर जुड़ बैठे गुरु सवारे सतसंगी जनों, अज दा उपदेश जो लड़ीवार सलोकां दे रूप अंदर गुरु अंगद देव दूसरे पातशाह जी दी बाणी है। दो सलोक आप जी ने सरवण कीते हन। पहले सलोक अंदर गुरु द्वारा मिली हुई दीक्षा
ਗੁਰੂ ਦੁਆਰਾ ਮਿਲੀ ਹੋਈ ਬਖਸ਼ਿਸ਼ ਸਿੱਖਿਆ ਦਾ ਵਰਣਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕੀਤਾ, ਜਿਨ੍ਹਾਂ ਨੂੰ ਗੁਰੂ ਨੇ ਆਪਣਾ ਸ਼ਬਦ ਬਖਸ਼ਿਸ਼ ਕਰਕੇ ਦਿਖਿਆ ਦਿੱਤੀ। ਦਿਖਿਆ ਦੇ ਅਰਥ ਨੇ ਦੀਕਸ਼ਿਤ ਕਰਨਾ। ਜਦੋਂ ਗੁਰੂ ਸਿੱਖ ਨੂੰ ਆਪਣੀ ਸ਼ਰਨ ਦੇ ਵਿੱਚ ਆਪਣੀ ਜੁਗਤ ਦੱਸਦਾ ਹੈ ਕਿ ਤੂੰ ਕਿਵੇਂ ਜੀਵਨ ਵਿੱਚ ਸ਼ਬਦ ਦੀ ਕਮਾਈ ਕਰਨੀ ਹੈ, ਉਹਨਾਂ ਨੂੰ ਬੁਝਾ ਦਿੱਤਾ, ਬੁਝਾਰਤ ਦੱਸ ਦਿੱਤੀ, ਭੇਦ ਦੱਸ ਦਿੱਤਾ ਕਿ ਕਿਵੇਂ ਪਰਮਾਤਮਾ ਨਾਲ ਸੰਬੰਧ ਜੋੜਨਾ ਹੈ। ਉਹ ਦੀਕਸ਼ਾ ਕਿਹੜੀ ਸੀ? ਉਹ ਦਿਖਿਆ ਸੀ ਪਰਮਾਤਮਾ ਦੀ ਸਿਫਤ, ਉਹਦੀ ਵਡਿਆਈ। ਫਿਰ ਗੁਰਮੁਖ ਜਨਾਂ ਨੇ ਉਹਦੀ ਸਿਫਤ ਕਰਕੇ ਉਸ ਸੱਚੇ ਨਾਮ ਦੇ ਅੰਦਰ ਆਪਣੀ ਸਮਾਈ ਕਰ ਲਈ। ਐਸੇ ਲੋਕਾਂ ਨੂੰ ਫਿਰ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿਸੇ ਉਪਦੇਸ਼ ਦੀ ਲੋੜ ਨਹੀਂ ਰਹਿੰਦੀ। ਉਹ ਉਸ ਥਾਂ ਤੇ ਪਹੁੰਚ ਜਾਂਦੇ ਨੇ ਜਿਹੜੇ ਥਾਂ ਤੇ ਪਹੁੰਚਣ ਵਾਸਤੇ ਗੁਰੂ ਨੇ ਉਹਨਾਂ ਨੂੰ ਸ਼ਬਦ ਬਖਸ਼ਿਆ ਹੈ, ਜੀਵਨ ਜੁਗਤ ਦਿੱਤੀ ਹੈ, ਸੱਚ ਵਿੱਚ ਸਮਾ ਗਏ। ਜਿਨ੍ਹਾਂ ਦਾ ਗੁਰੂ ਦੇਵ ਹੈ, ਗੁਰੂ ਨਾਨਕ ਹੈ, ਗੁਰੂ ਸ਼ਬਦ ਹੈ, ਉਹਨਾਂ ਨੂੰ ਕਿਸੇ ਉਪਦੇਸ਼ ਦੀ ਜ਼ਰੂਰਤ ਨਹੀਂ ਪੈਂਦੀ। ਪਹਿਲੇ ਸ਼ਲੋਕ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਗੁਰੂ ਦੁਆਰਾ ਦਿਖਿਆ ਦੇਣੀ, ਸੱਚ ਦਾ ਭੇਦ ਦੇਣਾ ਔਰ ਸੱਚੇ ਵਿੱਚ ਸਮਾਉਣ ਦੀ ਗੱਲ ਕਰਨੀ, ਇਹ ਤਿੰਨ ਚੀਜ਼ਾਂ ਨੇ। ਦਿਖਿਆ ਦੇਣੀ, ਬਾਹਰੀ ਤੌਰ ਤੇ ਆਪਣੇ ਚਰਨਾਂ ਨਾਲ ਜੋੜ ਲੈਣਾ, ਸਿੱਖੀ ਦੇ ਮੰਡਲ ਦੇ ਵਿੱਚ ਲੈ ਆਉਣਾ, ਫਿਰ ਉਹਨੂੰ ਬੁਝਾ ਦੇਣਾ ਕਿ ਤੂੰ ਇਸ ਸਿੱਖੀ ਨੂੰ, ਇਸ ਗੁਰਮੰਤਰ ਨੂੰ, ਇਸ ਬਾਣੀ ਨੂੰ ਕਿਵੇਂ ਕਮਾਉਣਾ ਹੈ। ਫਿਰ ਉਸ ਬਾਣੀ ਨੂੰ ਕਮਾਉਂਦਾ ਜਾਂਦਾ ਹੈ, ਕਮਾਉਂਦਾ ਜਾਂਦਾ ਹੈ ਤੇ ਉਹ ਸੱਚ ਵਿੱਚ ਸਮਾ ਜਾਂਦਾ ਹੈ, ਸੱਚ ਦਾ ਰੂਪ ਹੋ ਜਾਂਦਾ ਹੈ। ਸੱਚ ਵਿੱਚ, ਇੱਥੇ ਸੱਚ ਦੇ ਅਰਥ ਨੇ ਸਦਾ ਕਾਇਮ ਰਹਿਣ ਵਾਲਾ ਨਾਮ, ਸ਼ਬਦ, ਉਹਦੇ ਅੰਦਰ ਲੀਨ ਹੋ ਜਾਂਦਾ ਹੈ। ਫਿਰ ਉਹ ਇਸ ਸਰੀਰ ਦੇ ਵਿੱਚ, ਸੰਸਾਰ ਵਿੱਚ ਵਿਚਰਦਿਆਂ ਹੋਇਆਂ ਵੀ ਸੰਸਾਰ ਦੇ ਕਾਰਜ ਵੀ ਕਰਦਾ ਹੈ, ਪਰ ਉਹਦੇ ਅੰਦਰ ਦੀ ਜਿਹੜੀ ਇੱਕ ਬਰੀਕ ਤਾਰ ਹੈ, ਉਹਦੇ ਮਨ ਦੀ, ਉਹ ਅੰਤਰਮੁਖੀ ਬਣ ਕੇ ਅੰਦਰ ਜੁੜੀ ਰਹਿੰਦੀ ਹੈ। ਸਤਿਗੁਰੂ ਨੇ ਬਾਣੀ ਅੰਦਰ ਗੁਰੂ ਧਾਰਨ ਕਰਨ ਤੇ ਬਹੁਤ ਜ਼ੋਰ ਦਿੱਤਾ ਹੈ ਔਰ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਗੁਰੂ ਤੋਂ ਬਿਨਾਂ ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ ਹੋਣਾ। ਕੇਵਲ ਧਾਰਮਿਕ ਜਗਤ ਅੰਦਰ ਹੀ ਨਹੀਂ, ਕੇਵਲ ਪਰਮਾਤਮਾ ਦੇ ਰਾਹ ਤੇ ਨਹੀਂ, ਜੇ ਤੂੰ ਸੰਸਾਰ ਦੇ ਵਿੱਚ ਵੀ ਸਹੀ ਢੰਗ ਨਾਲ ਸਮਾਜਿਕ ਤੌਰ ਤੇ ਇੱਕ ਚੰਗਾ ਇਨਸਾਨ ਬਣ ਕੇ ਜਿਉਣਾ ਹੈ ਤਾਂ ਉਹਦੇ ਵਾਸਤੇ ਵੀ ਤੈਨੂੰ ਗੁਰੂ ਦੀ ਜ਼ਰੂਰਤ ਹੈ। ਕਿਉਂਕਿ ਗੁਰੂ ਜਿਹੜਾ ਲਫ਼ਜ਼ ਹੈ ਨਾ, ਇਹਦੇ ਅਰਥ ਬਣਦੇ ਨੇ ਗੱਗਾ ਔਰ ਰਾਰਾ, ਦੋ ਲਫ਼ਜ਼ ਨੇ। ਗੱਗੇ ਦੇ ਅਰਥ ਕੀਤੇ ਵਿਦਵਾਨਾਂ ਨੇ ਹਨੇਰਾ, ਹਨੇਰਾ ਦਾ ਅਰਥ ਸੰਸਾਰ, ਅਗਿਆਨਤਾ, ਇਹਨੂੰ ਮਾਇਆ ਵੀ ਕਹਿ ਸਕਦੇ ਹਾਂ। ਰਾਰੇ ਦੇ ਅਰਥ ਨੇ ਸ਼ਬਦ, ਚਾਨਣ, ਪਰਮਾਤਮਾ ਦਾ ਦੇਸ਼। ਇਹ ਦੋ ਲਫ਼ਜ਼ ਜੋੜ ਦਿੱਤੇ ਤੇ ਉਹਨੂੰ ਕਿਹਾ ਗੁਰੂ। ਗੁਰੂ ਬੜਾ ਜ਼ਰੂਰੀ ਹੈ ਕਿਉਂਕਿ ਇਹ ਜਿਹੜੇ ਦੋ ਲਫ਼ਜ਼ ਨੇ, ਗੱਗੇ ਦਾ ਅਰਥ ਹੈ ਸੰਸਾਰ, ਰਾਰੇ ਦਾ ਅਰਥ ਹੈ ਪਰਮਾਤਮਾ ਦਾ ਦੇਸ਼। ਦੋਵਾਂ ਨੂੰ ਉੱਪਰੋਂ ਇੱਕ ਡੰਡੇ ਨੇ ਜੋੜਿਆ ਹੋਇਆ ਹੈ, ਦੋਵਾਂ ਦਾ ਸੰਬੰਧ ਹੈ। ਉਹ ਹਸਤੀ ਗੁਰੂ ਹੈ, ਉਹ ਚੀਜ਼ ਗੁਰੂ ਹੈ ਜਿਹੜੀ ਪਰਮਾਤਮਾ ਦੇ ਦੇਸ਼ ਦੇ ਨਾਲ ਵੀ ਸੰਪਰਕ ਰੱਖਦੀ ਏ, ਜਿਸ ਦਾ ਸੰਪਰਕ ਇਸ ਸੰਸਾਰ ਦੇ ਵਿੱਚ ਵੀ ਚੱਲਦਾ ਹੈ। ਉਹਨੂੰ ਗੁਰੂ ਕਿਹਾ, ਗੁਰੂ ਸਾਹਿਬ ਨੇ, ਜਿਹਦਾ ਸੰਬੰਧ
ਪਰਲੋਕ ਨਾਲ ਵੀ ਹੈ ਤੇ ਲੋਕ ਨਾਲ ਵੀ ਹੈ, ਜਿਹਦਾ ਸੰਬੰਧ ਇਸ ਦਿਸ ਦੀ ਦੁਨੀਆ ਨਾਲ ਵੀ ਹੈ ਤੇ ਜਿਸ ਦਾ ਸੰਬੰਧ ਅਣਦਿਸ ਦੀ ਦੁਨੀਆ ਨਾਲ ਵੀ ਹੈ। ਦੋਵਾਂ ਨਾਲ ਜਿਹੜੀ ਚੀਜ਼ ਜੁੜੀ ਉਹਨੂੰ ਗੁਰੂ ਕਹਿੰਦੇ ਨੇ। ਹੁਣ ਉਹ ਚੀਜ਼ ਵਸਤੂ ਕਿਹੜੀ ਹੈ ਜਿਹੜੀ ਦੋਵਾਂ ਅਸਥਾਨਾਂ ਤੇ ਚੱਲਦੀ ਏ? ਨਹੀਂ ਤੇ ਤੁਸੀਂ ਆਮ ਤੌਰ ਤੇ ਦੇਖੋਗੇ ਕਿ ਜਿਹੜਾ ਸਿੱਕਾ, ਜਿਹੜੀ ਕਰੰਸੀ ਇਸ ਦੇਸ਼ ਵਿੱਚ ਚੱਲਦੀ ਏ, ਉਹ ਦੂਸਰੇ ਦੇਸ਼ ਵਿੱਚ ਜਾ ਕੇ ਕੰਮ ਕਰਨਾ ਬੰਦ ਕਰ ਦਿੰਦੀ ਹੈ। ਜਿਹੜੇ ਕਾਗਜ਼ਾਤ ਇਸ ਸਟੇਟ ਦੇ ਅੰਦਰ, ਇਸ ਸੂਬੇ ਵਿੱਚ ਕੰਮ ਕਰਦੇ ਨੇ, ਤੁਸੀਂ ਦੂਸਰੇ ਸੂਬੇ ਵਿੱਚ ਹੱਦ ਪਾਰ ਕਰਕੇ ਚਲੇ ਜਾਓ, ਉੱਥੇ ਜਾ ਕੇ ਦਿਖਾਓ, ਕਹਿਣਗੇ ਇਸ ਸਟੇਟ ਦਾ ਕਾਗਜ਼ ਨਹੀਂ, ਇਸ ਸੂਬੇ ਵਿੱਚ ਇਹ ਨਹੀਂ ਚੱਲਦਾ, ਇਹ ਤੁਹਾਡਾ ਉਸ ਹੱਦ ਵਿੱਚ ਰਹਿੰਦਾ ਹੈ। ਤਾਂ ਜਿਵੇਂ ਇੱਥੇ ਦੇਸ਼ਾਂ ਦੀਆਂ ਹੱਦਾਂ ਬਣੀਆਂ ਨੇ, ਇਸ ਤਰ੍ਹਾਂ ਇੱਕ ਸੈਂਟਰ, ਇੱਕ ਹੱਦ ਹੈ ਲੋਕ ਤੇ ਪਰਲੋਕ ਦੀ। ਲੋਕ ਦਾ ਅਰਥ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਅਸੀਂ ਨਿਵਾਸ ਰੱਖ ਰਹੇ ਹਾਂ ਸਰੀਰਕ ਧਾਰੀ ਹੋ ਕੇ, ਸਰੀਰ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ। ਪਰਲੋਕ ਦਾ ਅਰਥ ਹੈ ਜਿੱਥੇ ਪਰਮਾਤਮਾ ਦਾ ਸੰਪੂਰਨ ਨਿਵਾਸ ਹੈ ਔਰ ਉੱਥੇ ਇਹ ਦੇਹ ਨਹੀਂ ਜਾਂਦੀ, ਇਹ ਸਰੀਰ ਉੱਥੇ ਨਹੀਂ ਜਾ ਸਕਦਾ। ਉਹਦੇ ਬਾਰੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਨਾ ਉੱਥੇ ਮਾਤਾ ਜਾ ਸਕਦੀ ਹੈ, ਨਾ ਉੱਥੇ ਪਿਤਾ ਜਾ ਸਕਦਾ ਹੈ, ਨਾ ਉੱਥੇ ਪੁੱਤਰ ਜਾ ਸਕਦਾ ਹੈ, ਨਾ ਉੱਥੇ ਭਰਾ ਜਾ ਸਕਦਾ, ਕੋਈ ਪਹੁੰਚਦਾ ਨਹੀਂ ਜਦੋਂ ਦੇਹ ਹੀ ਨਹੀਂ ਜਾਣੀ। ਤਾਂ ਇੱਥੇ ਰਹਿੰਦਿਆਂ ਉਸ ਦੇਸ਼ ਨਾਲ ਜੁੜੀ ਹੋਈ ਜਿਹੜੀ ਤਾਕਤ, ਜਿਹੜੀ ਦੋਵਾਂ ਦੇਸ਼ਾਂ ਵਿੱਚ ਚੱਲਦੀ ਹੈ, ਜਿਹੜੀ ਦੋਵਾਂ ਥਾਵਾਂ ਤੇ ਖੋਟੀ ਨਹੀਂ ਹੁੰਦੀ, ਐਸਾ ਸਿੱਕਾ, ਐਸਾ ਨੋਟ ਜਿਹੜਾ ਲੋਕ ਵਿੱਚ ਵੀ ਚੱਲੇ ਤੇ ਪਰਲੋਕ ਵਿੱਚ ਵੀ ਚੱਲੇ, ਉਹਨੂੰ ਲੱਭਣ ਦਾ ਯਤਨ ਕਰਨਾ ਚਾਹੀਦਾ, ਉਹ ਪਾ ਲੈਣਾ ਚਾਹੀਦਾ। ਕਿਉਂਕਿ ਇੱਕ ਸਚਾਈ ਹੈ ਕਿ ਇਸ ਧਰਤੀ ਤੇ ਜਿੱਥੇ ਅਸੀਂ ਸਰੀਰ ਧਾਰੀ ਹੋ ਕੇ ਰਹਿ ਰਹੇ ਹਾਂ, ਇੱਥੇ ਕਦੀ ਵੀ ਕੋਈ ਸਰੀਰ ਸਦਾ ਵਾਸਤੇ ਕਾਇਮ ਨਹੀਂ ਰਿਹਾ। ਇੱਥੇ ਵੱਡੇ ਵੱਡੇ ਰਾਵਣ ਵੀ ਚਲੇ ਗਏ, ਰਾਮ ਵੀ ਚਲੇ ਗਏ। ਤਾਂ ਗੁਰੂ ਸਾਹਿਬ ਨੇ ਉਹ ਚੀਜ਼ ਲੱਭੀ, ਉਹ ਉਪਦੇਸ਼ ਸਾਨੂੰ ਦਿੱਤਾ, ਉਹ ਸਿੱਕਾ ਸਾਨੂੰ ਦੇਣ ਦਾ ਯਤਨ ਕੀਤਾ, ਉਹ ਮੋਹਰ ਸਾਨੂੰ ਦੇਣ ਦਾ ਯਤਨ ਕੀਤਾ, ਉਹ ਧਨ, ਉਹ ਭੰਡਾਰ, ਉਹ ਖਜ਼ਾਨਾ ਸਾਡੀ ਝੋਲੀ ਵਿੱਚ ਪਾਉਣ ਦਾ ਯਤਨ ਕੀਤਾ, ਜਿਹੜਾ ਇਸ ਦੁਨੀਆ ਵਿੱਚ, ਲੋਕ ਵਿੱਚ ਵੀ ਚੱਲਦੀ ਏ। ਤੇ ਜਦੋਂ ਆਦਮੀ ਇੱਥੋਂ ਦੇਹ ਛੱਡ ਕੇ ਪਰਲੋਕ ਵਿੱਚ ਜਾਂਦਾ ਹੈ ਤਾਂ ਉਸ ਦੁਨੀਆ ਵਿੱਚ ਵੀ ਉਹ ਖੋਟਾ ਨਹੀਂ ਹੁੰਦਾ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਸ਼ਬਦ ਦਾ ਅਰਥ ਹੈ ਗੁਰੂ, ਨਾਮ। ਸ਼ਬਦ ਹੀ ਇੱਕ ਐਸਾ ਸਿੱਕਾ ਹੈ ਸਿਰਫ, ਬਾਕੀ ਸਭ ਸ਼ਾਰ ਹੈ। ਬਾਕੀ ਇੱਥੇ ਇਹ ਤਾਂ ਚੀਜ਼ਾਂ ਇੱਥੇ ਵੀ ਨਹੀਂ ਚੱਲਦੀਆਂ ਕਈ ਵਾਰੀ, ਉਸ ਦੁਨੀਆ ਵਿੱਚ ਤੇ ਜਾਣ ਦਾ ਕੋਈ ਸਵਾਲ ਹੈ ਹੀ ਨਹੀਂ, ਪਰਲੋਕ ਵਿੱਚ ਜਾਣ ਦਾ ਤੇ ਕੋਈ ਮਤਲਬ ਹੀ ਨਹੀਂ ਹੈ। ਇੱਥੇ ਤਾਂ ਚੀਜ਼ਾਂ, ਇਹ ਚੀਜ਼ਾਂ ਤਾਂ ਇਸ ਦੁਨੀਆ ਦੇ ਵਿੱਚ ਵੀ ਪੁਰਾਣੀਆਂ ਪੈ ਜਾਂਦੀਆਂ। ਇੱਕ ਨੋਟ ਹੈ 10 ਸਾਲ ਚੱਲੇਗਾ, 12 ਚੱਲ ਜਾਏਗਾ, ਪੁਰਾਣਾ ਹੋ ਜਾਏਗਾ, ਪਾਟ ਜਾਏਗਾ, ਨਿਕੰਮਾ ਹੋ ਜਾਏਗਾ। ਤਾਂ ਕੋਈ ਇਸ ਤਰ੍ਹਾਂ ਦਾ ਸਿੱਕਾ ਹੈ ਜਿਹੜਾ ਸਭ ਥਾਈਂ ਚੱਲੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਹਲਤ ਵਿੱਚ ਵੀ ਚੱਲੇ ਤੇ ਪਲਤ ਵਿੱਚ ਵੀ, ਦੋਵਾਂ ਥਾਵਾਂ ਤੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਪਰਲੋਕ ਵਿੱਚ ਵੀ ਚੱਲੇ ਤੇ ਲੋਕ ਵਿੱਚ ਵੀ। ਜਿਹੜਾ ਹਲਤ ਸੁਖ ਔਰ ਪਲਤ ਸੁਖ ਦੋਵਾਂ ਥਾਵਾਂ ਤੇ ਚੱਲ ਸਕਦਾ ਹੋਵੇ, ਦੋਵਾਂ ਥਾਵਾਂ ਤੇ ਕੰਮ ਦੇ ਸਕਦਾ ਹੋਵੇ, ਉਹਨੂੰ ਕਿਹਾ ਅਸਲੀ ਧਨ। ਉਸ ਆਦਮੀ ਨੂੰ ਕਿਹਾ ਕਿ ਇਹ ਬਾਦਸ਼ਾਹ ਹੈ, ਇਹ ਰਾਜਾ ਹੈ, ਇਹ ਪੂੰਜੀਪਤੀ ਹੈ, ਇਹ ਧਨਵਾਨ ਹੈ, ਇਹ ਭਗਤ ਹੈ। ਕਿਉਂ? ਕਿਉਂਕਿ ਇਹਦੀ ਜੇਬ ਅੰਦਰ, ਇਹਦੇ ਖਜ਼ਾਨੇ ਅੰਦਰ ਉਹ ਧਨ ਆ ਗਿਆ ਜਿਹਦੀ ਹੱਦ ਨਹੀਂ ਕਿ ਇੱਥੇ ਸਰੀਰ ਦੇ ਮਰਨ ਤੋਂ ਬਾਅਦ ਉਹ ਧਨ ਉਹਦੇ ਤੋਂ ਛੁੱਟ ਜਾਏਗਾ, ਨਹੀਂ, ਉਹਦੇ ਨਾਲ ਜਾਏਗਾ। ਉਸ ਧਨ ਦੀ ਗੱਲ ਬੜੀ ਵਾਰੀ ਕੀਤੀ ਗਈ ਗੁਰਬਾਣੀ ਵਿੱਚ। ਖੈਰ ਮੈਂ ਆਪਣੇ ਵਿਸ਼ੇ ਵਿੱਚ ਰਵਾਂ ਕਿ ਸ਼ਬਦ ਅਖੁੱਟ, ਅਖੁੱਟ ਦਾ ਅਰਥ ਹੈ ਜਿਹੜਾ ਖੋਟਾ ਨਹੀਂ ਹੁੰਦਾ, ਜਿਹੜਾ ਜਾਲੀ ਨਹੀਂ ਹੁੰਦਾ, ਜਿਹਨੂੰ ਕੋਈ ਝੁਠਲਾ ਨਹੀਂ ਸਕਦਾ। ਇੱਕ ਮੋਹਰ ਲੱਗਦੀ ਹੈ ਇਸ ਧਰਤੀ ਤੇ, ਜਿਵੇਂ ਕੋਈ ਕਾਗਜ਼ ਜਿੰਨਾ ਮਰਜ਼ੀ ਤਿਆਰ ਕਰ ਲਿਆ ਜਾਵੇ। ਤੁਸੀਂ ਧਿਆਨ ਦਿਓ, ਗੁਰੂ ਦੀ ਗੱਲ ਚੱਲ ਰਹੀ ਹੈ। ਕੋਈ ਕਾਗਜ਼ਾਤ, ਕੋਈ ਸਰਟੀਫਿਕੇਟ, ਉਹਦੇ ਉੱਤੇ ਸਭ ਕੁਝ ਲਿਖ ਦਿਓ, ਉਹਦੇ ਉੱਤੇ ਵਿਦਿਆਰਥੀ ਦੇ ਨੰਬਰ ਵੀ ਲਿਖੇ ਜਾਣ ਕਿ ਇਹਨੇ ਇਸ ਸਬਜੈਕਟ ਵਿੱਚੋਂ ਇੰਨੇ %,
इन्ने नंबर लाए ने, इस श्रेणी विच रहा है, ये सैकेंड आया है, यदि फर्स्ट डिवीजन है, सब कुछ लिख दिता जाए, ਉਹਦੇ ਉੱਤੇ सारा कुछ लिख दईए, पर ਉਹਦੇ थल्ले एक प्रिंसीपल ਦਾ साइन ते मोहर ना लगे, उस कागज ਨੂੰ जिथे मर्जी लै जाओ चलेगा नहीं, भावें ਉਹਦੇ ਉੱਤੇ सब कुछ लिखिया होया। सारी मेहनत भी की उस विद्यार्थी ने, वो पास भी हो गया, वो सब कुछ हो गया, पर जदों ਉਹਨੂੰ ਤੁਸੀਂ ਲੈ ਕੇ ਜਾਓਗੇ ਉਹ ਕਹਿਣਗੇ मोहर दिखाओ, प्रवानगी मिली है कि नहीं, साइन होए ने कि नहीं अधिकारी दे। ਤਾਂ ਮਨੁੱਖ ਨੇ ਜੀਵਨ ਵਿੱਚ ਬਹੁਤ ਕੁਝ ਵਧੀਆ ਤਾਂ ਕਰ ਲਿਆ ਹੈ, ਸਾਰਾ ਜੀਵਨ ਉਹਨੇ ਹਰ ਇੱਕ ਚੀਜ਼ ਠੀਕ ਕੀਤੀ ਹੈ, ਜਿਵੇਂ ਉਹ ਸਰਟੀਫਿਕੇਟ ਬਣਿਆ, ਇਸ ਤਰ੍ਹਾਂ ਇਹਨੇ ਆਪਣੇ ਜੀਵਨ ਦੇ ਵਿੱਚ ਸਾਰੇ ਸਬਜੈਕਟ ਪਾਸ ਕਰ ਲਏ ਨੇ, ਅਮੀਰ ਵੀ ਹੋ ਗਿਆ, ਸਿਆਣਾ ਵੀ ਹੋ ਗਿਆ, ਪੜ੍ਹਿਆ ਵੀ ਹੋ ਗਿਆ, ਚਾਲਾਕ ਵੀ ਹੋ ਗਿਆ, ਖਾਨਦਾਨੀ ਵੀ ਹੋ ਗਿਆ, ਅਹੁਦਾ ਵੀ ਪ੍ਰਾਪਤ ਕਰ ਲਿਆ, ਕਿੰਨਾ ਕੁਝ ਲੱਭ ਲਿਆ। ਪਰ ਜਦੋਂ ਸਾਰਾ ਕੁਝ ਲੱਭ ਕੇ ਕੋਈ ਮਨੁੱਖ इस जीवन नू परमात्मा दे दर ते लैके जाएगा, तो उत्थे पूछा जाएगा भी गुरु दी मोहर लवा के ले आए कि नहीं, क्योंकि वह प्रिंसीपल है, उहदे तो बिना ये तेरा कुछ भी सारा कुछ काम नहीं आएगा। तू उथों मोहर लवाई है कि नहीं, फिर उत्थे वो पिछा वापस घल देणगे, कहण लगे तुसीं नहीं जा सकते, तुहाडे कोल होर सब कुछ है पर मोहर नहीं लगी हुई तुहाडे जीवन ते, तुहानूं प्रवानगी नहीं मिली गुरु द्वारा। तो वो साइन बहुत जरूरी हैं, तो उन्होंने वापस भेज दिता जाता है। इस नूं सतगुरु ने बाणी विच कहा है कि दाग दोष मुँह चलिया लाए, दरगह बैसन ना ही जाए। इस मोहर तो बिना प्रवानगी नहीं है, सब कुछ ठीक कर लिया, पर कागज किस काम दा, जीवन किहड़े काम दा कीता, सब कुछ प्रवान कुछ भी नहीं होया। इस नूं सतगुरु ने कहा अत सुंदर, सियाणा भी बड़ा है, कुलीन कुल भी बहुत वड्डी दा है, चतुर बहुत चलाक भी है, अत सुंदर कुलीन चतुर मुख ज्ञानी, धनवंत अमीर भी है। मृतक कही है नानका, इत्थे मृतक दे अर्थ ने जाली, जो जीवन चलदा नहीं, बेकार है, एक तरह का मुखौटा है, एक तरह का बुत है वो जीवन, एक तरह का वो बेजान शरीर है, मृतक है, वो कागजात वर्गा जिहदे उत्ते मोहर नहीं लगी। मृतक कही है नानका, मोहर कादी लगनी, प्रीत दी, प्यार दी, प्रेम दी। जिन्ना कोई अकाल पुरख वाहिगुरू नूं प्यार करेगा, उन्नी उहदे जीवन दे उत्ते मोहर लगदी जाएगी। प्रीत तो बिना मोहर नहीं लगदी, प्यार तो बिना जीवन दे उत्ते गुरु दी मोहर नहीं लग सकती। तो सतगुरु ने कहा कि मृतक कहिए नानका, जिह प्रीत नहीं भगवंत, गुरु तो बिना कुछ भी परवान नहीं। अज दा विषा है, दोवें श्लोक कट्ठे ने, एक विच तां गुरु दी दिख्या दी गल कीती गई, दूसरे विच कहा गया जे सो चंदा उगवै, सूरज चढ़े हजार, एते चांदन होंदियां गुरबिन घोर अंधार। जिंदगी बड़ी हनेरा है, कुछ भी पल्ले नहीं है। तो सतगुरु ने गुरु किस नूं कहा, वो हस्ती जिहड़ी लोक ते परलोक दोहां विच चलदी है, तो उस नूं गुरु कहा गया जिहदा दोहां पासे जान पहचान है, जिस नूं आपां कहने आ विचोला है, विच खड़ा दोहां दे, सिख दे और परमात्मा दे विचकार खड़ी हुई हस्ती, जिहड़ी दोहां दा आपस विच मेल करा देवे। जैसा सतगुरु सुणीदा तैसो ही मैं डीठ, पहला सुनिया सी गुरु नूं फिर वेखिया। ये सच्चाई है। वो किवें दा गुरु है, जिन्हों पहला सुनीदा ते फिर वेखीदा, जिन्ना चिर सुनिया ना वेख नहीं सकीदा। नहीं तो आम दुनिया दे तुसीं वेखोगे बहुते लोग ने, आपां कईयां लोकां नूं पहला वेख लैने आ ते फिर पुछीदा कौन ने, उन्हां बारे सुनीदा बाद विच है। पर गुरु इस तरह का नहीं। वो कौन है, वो कैसी हस्ती है जिन्हों पहला सुनना पैंदा ते वो बाद विच दिसदा है। वो किहड़ा गुरु है, वो किवें दा गुरु है। जे शरीरधारी हुंदा तां शरीरधारी नूं ते पहला वेखदे ते बाद विच उहदे बारे असीं सारी इनकुआरी कर लैंदे कि ये आदमी कौन है। पर गुरु इस तरह का नहीं,
क्योंकि गुरु शरीर है नहीं। पहला जिसनों सुनिया जावे ते बाद विच जिसनों वेख्या जावे, वो किहड़ी चीज़ है? तो इक्को एक शक्ति है शब्द। गुरु साहब ने तां गुरु ग्रंथ साहब दे सानू लड़ लाया, शब्द दे लड़ लाया, क्योंकि जैसा सतगुरु सुनीदा पहला शब्द नूं बोलीदा है, जदों बोलिया जाता है तो बोलण तो बाद उन्होंने सुनीदा है, ते सुनन तो बाद जिहड़ी उस अभ्यास करन वाले दी अंदर दी अवस्था बनती है, उहदा सारा दर्शन फिर गुरु का दर्शन ही हुंदा है। वो जिधर देखदा है गुरु दे दीदार ही हुंदे ने, गुरु नूं वेखदा है। जैसा सतगुरु सुनीदा तैसो ही मैं डीठ, विछड़िया मेले प्रभु हर दरगह का बसीठ। बसीठ कहते ने विचोले नूं, जो दोवां पासे जुड़िया होया है, जो परमात्मा दी भाषा जानदा है और जो साडी भी भाषा जानदा है। साडे नाल संसारी बोली भी बोल लैंदा है और धुर की बाणी दा भी जिसनूं पता है, जो दोवां पासे जानदा है। गुरु साहब ने बाणी विच एक बड़ा प्यारा वचन कहा है, उन्होंने वचन कीते ने, अकाल पुरख वाहिगुरू तेरा देश बड़ी दूर है, उहदे तक कोई जा नहीं सकता। मैं तेनू देखना चाहुंदा, मैं तेनू मिलना चाहुंदा, मैं तेरे नाल गलबात करनी चाहुंदा। फिर किहड़ा तरीका है उहदे तक जाण दा? वचन कीते कि आए ना सका तुझ कन प्यारे। कन दे अर्थ ने तक, तुहाडे तक मैं नहीं आ सकदा। आए ना सका तुझ कन प्यारे, भेज ना सका कोई, किसी नूं भेजिया भी नहीं जा सकता, क्योंकि जिन्हों मैं कहांगा वो मेरे वर्गा ही है। जिन्हों मैं कहांगा मैं शरीर धारी हाँ, वो भी शरीर धारी है, वो तुहाडे तक जा नहीं सकता। आए ना सका तुझ कन प्यारे, भेज ना सका कोई। फिर वो कौन है जिहड़ा उधर भी जा सकता ते इधर भी रह सकता, जिहड़ा साडे भी काम आ सकता ते उधर भी गल कर सकता। तो वो इक्को एक शक्ति है संसार दी, जिन्हों शब्द क्या है। शब्द गुरु, सुरत धुन चेला। जिहड़ा शब्द है वही परमात्मा दे देश नाल संपर्क कर सकता है, और शब्द द्वारा ही संसार दे नाल संबंध जुड़ सकते हैं। जिहड़ा हुण तक आपां विशा लिया है, उहदे विच इह प्रकरण चल रहा है कि शब्द दोवां लोक अते परलोक विच इक्को चीज है, जिहड़ी दोवां थावां ते काम करदी है। इकल्ला ये काफ़ी नहीं। गुरु ग्रंथ साहिब जी की शताब्दी असीं मना लई, चंगी गल है, पर जाणिया भी है कि नहीं कुछ भी ये शब्द गुरु कह दिता। इहदे उत्ते किताबां लिखण वालियां ने बहुत कुछ लिखिया भी शब्द गुरु है साडा, बई शब्द जिहड़ा है असीं उहदे सिख हां। ये बहुत कुछ कहा जाता है, असीं बड़ी जोर ला ला के बोलने आ, असीं किसी देहधारी नूं नहीं मनदे, असीं शब्द नूं ही मनने। पर यह कला कहण नाल कदी सवाल हल नहीं होएगा, जिन्ना चिर असीं उस चीज़ नूं जाणिया ना, उस ज्ञान नूं समझिया ना कि शब्द की है, और शब्द नूं अपने जीवन विच कमाया ना। केवल कही गए असीं, केवल बोली गए, इश्तिहारबाजी कर दी, दूसरिਆਂ ਦਾ विरोध कर दिता ਜਿਹੜੇ शब्द ਨੂੰ नहीं मनते। इस तरह कभी साडी कौम ਦੇ ਵਿੱਚ कभी भी कोई तब्दीली आउण ਦੀ संभावना नहीं। ਤਾਂ ਜੇ गुरु ਵੱਡਾ है तो ਕਹਿੰਦੇ सिख भी ਵੱਡਾ होना चाहिए। ਆਪਾਂ एक वचन ਕਹਿੰਦੇ ਆ कि सब ते ਵੱਡਾ सतगुर नानक जिन कल राखी मेरी। गुरु बड़ा ਵੱਡਾ है ते सिख ने उस गुरु नाल संपर्क करना ते किहड़ा वसीला है, जां ते गुरु छोटा हो जाए जां सिख वड्डा होवे। तां सतगुरु थोड़ा जिहा नीवा हो के जिवें बच्चे नूं चुकना होवे, उपर उठाउणा होवे ते मां नूं झुकना पैंदा जमीन वल। जे मां ने बच्चे नूं बोलना सिखाउणा होवे ते मां नूं तां बिल्कुल शुद्ध भाषा आउंदी है, पर उस मां नूं बच्चे वांगू तोतली जबान विच गल्लां करनियां पैंदियां। इसलिए सियाणे कहंदे ने कि जे मां तोतली जबान विच अपने बच्चे नाल ना बोले, हो सकता है सारी जिंदगी बच्चा बोलना ही ना सीख सके। तोतली जबान दे अंदर नीवी होके ना विचरे उहदे नाल।
ਉਹਦੇ ਨਾਲ ਉਸ ਢੰਗ ਦੇ ਨਾਲ ਨਾ ਚੱਲੇ ਤੇ ਸ਼ਾਇਦ ਸਾਰੀ ਉਮਰ ਬੱਚਾ ਬੋਲਣਾ ਨਾ ਸਿੱਖ ਸਕੇ, ਤੇ ਸ਼ਾਇਦ ਗੁਰੂ ਸਾਡੀ ਭਾਸ਼ਾ ਨਾ ਬੋਲਦੇ। ਗੁਰੂ ਨਾਨਕ ਸਾਹਿਬ ਤੋਂ ਗੁਰੂ ਕਲਗੀਧਰ ਪਾਤਸ਼ਾਹ ਤੱਕ ਉਹਨਾਂ ਨੇ ਬੜੇ ਥਾਵਾਂ ਤੇ ਸਾਡੀ ਭਾਸ਼ਾ ਬੋਲੀ ਹੈ, ਨਾ ਬੋਲਦੇ ਤੇ ਸ਼ਾਇਦ ਸਾਨੂੰ ਧਰਮ ਦੀ ਕੋਈ ਵੀ ਸਮਝ ਨਾ ਆਉਂਦੀ। ਇਸ ਲਈ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ, ਜਦੋਂ ਕੁਝ ਗੁਰਮੁਖ ਜਨ ਥੋੜੀ ਜਿਹੀ ਉੱਚੀ ਅਵਸਥਾ ਵਿੱਚ ਚਲੇ ਜਾਂਦੇ ਨੇ, ਥੋੜਾ ਜਿਹਾ ਪੜ੍ਹ ਲੈਂਦੇ ਨੇ, ਥੋੜਾ ਜਿਹੀ ਸਮਝ ਵੱਧ ਜਾਂਦੀ ਏ, ਤਾਂ ਉਹ ਕਈ ਚੀਜ਼ਾਂ ਨੂੰ ਕੰਡੇਮ ਕਰਨ ਲੱਗ ਪੈਂਦੇ ਨੇ, ਕੱਟਣ ਲੱਗ ਜਾਂਦੇ ਵੀ ਇਹ ਨਹੀਂ ਚਾਹੀਦੀਆਂ। ਉਹ ਕਹਿੰਦੇ ਇਹ ਕਰਮ ਕਾਂਡ ਹੋ ਗਿਆ ਹੈ, ਇਹਦੀ ਕੀ ਲੋੜ ਹੈ, ਫਜ਼ੂਲ ਹੈ। ਕਿਤੇ ਯਾਤਰਾ ਕਰਨ ਜਾਣਾ ਵੀ ਫਜ਼ੂਲ ਹੈ, ਕਿਤੇ ਇਸ਼ਨਾਨ ਕਰਨਾ ਵੀ ਫਜ਼ੂਲ ਹੈ। ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ, ਗੁਰੂ ਨੂੰ ਵੀ ਪਤਾ ਸੀ ਵੀ ਇਹ ਬੱਚਿਆਂ ਦੀ ਹੀ ਖੇਡ ਹੈ। ਇਸ਼ਨਾਨਾਂ ਵਿੱਚ ਪਾਉਣਾ, ਬਾਹਰਲੀ ਦੁਨੀਆ ਦੇਣੀ ਹੈ ਤਾਂ ਬੱਚਿਆਂ ਦੀ ਖੇਡ, ਪਰ ਬੱਚਿਆਂ ਦਾ ਹੋਰ ਕੀਤਾ ਕੀ ਜਾਏ। ਬੱਚਿਆਂ ਨੂੰ ਇਸ ਤਰ੍ਹਾਂ ਹੀ ਖੇਡ ਖੇਡ ਕੇ ਵੱਡੇ ਕਰਾਉਣਾ ਹੁੰਦਾ। ਜਦੋਂ ਉਹਨਾਂ ਦੀ ਉਮਰ ਵੱਧ ਜਾਏਗੀ ਤਾਂ ਸਿੱਧਾ ਸ਼ਬਦ ਨਾਲ ਜੁੜ ਜਾਣਗੇ। ਤਾਂ ਗੁਰੂ ਸਾਹਿਬ ਨੇ ਜਿਹੜੇ ਕਰਮ ਦਿੱਤੇ, ਉਹਦੇ ਵਿੱਚ ਸੇਵਾ ਸੀ, ਲੰਗਰ ਸੀ, ਉਹਦੇ ਵਿੱਚ ਇਹ ਬਾਹਰਲੇ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਗੁਰਦੁਆਰਿਆਂ ਦੀ ਸੇਵਾ, ਗੁਰੂ ਧਾਮਾਂ ਦੇ ਦਰਸ਼ਨ ਕਰਨੇ, ਲੰਗਰ ਲਾਉਣੇ, ਸਮਾਗਮ ਕਰਾਉਣੇ, ਕਈ ਕੁਝ ਹੈ ਇਹ ਬੱਚਿਆਂ ਦੀ ਖੇਡ। ਪਰ ਸਤਿਗੁਰੂ ਨੇ ਇਹਨਾਂ ਦੀ ਵਰਤੋਂ ਕੀਤੀ। ਵਰਤੋਂ ਕਰਕੇ ਬਈ ਬੱਚੇ ਖੇਡਣਗੇ ਛੋਟੇ ਤਾਂ ਵੱਡੇ ਹੋ ਜਾਣਗੇ, ਤਾਂ ਇੱਕ ਦਿਨ ਵੱਡੇ ਹੋ ਕੇ ਇਸ ਸਾਰੇ ਕੁਝ ਨੂੰ ਫਿਰ ਉਹ ਕੰਡਮ ਵੀ ਨਹੀਂ ਕਰਨਗੇ ਵੀ ਇਹ ਗਲਤ ਹੈ, ਔਰ ਉਹ ਵੱਡੇ ਨਾਲ ਵੀ ਜੁੜ ਜਾਣਗੇ, ਗੁਰੂ ਨਾਲ, ਸ਼ਬਦ ਦੇ ਨਾਲ, ਬਾਣੀ ਨਾਲ। ਦੂਜਾ ਬਾਹਰੋਂ ਨਹੀਂ ਕਹਿਣਗੇ ਕਿ ਬਿਲਕੁਲ ਸਾਰਾ ਕੁਝ ਬੇਕਾਰ ਹੈ, ਦੂਜਾ ਜਿਹੜਾ ਬਾਹਰੋਂ ਦਿੱਤਾ ਜਾ ਰਿਹਾ, ਬੋਲਣਗੇ ਨਹੀਂ ਉਹ, ਪਰ ਉਹ ਉਹਨਾਂ ਵਾਸਤੇ ਛੋਟਾ ਰਹਿ ਜਾਏਗਾ। ਉਹ ਵੱਡੇ, ਜਿਵੇਂ ਇੱਕ ਬੱਚੇ ਦਾ ਸਰੀਰ ਵੱਧ ਜਾਂਦਾ ਹੈ, ਛੋਟੇ ਕੱਪੜੇ ਪਾਉਣੇ ਆਪਣੇ ਆਪ ਛੱਡ ਜਾਂਦਾ ਹੈ, ਪਰ ਉਹਨੂੰ ਇੱਕ ਗੱਲ ਦਾ ਪਤਾ ਹੈ ਕਿ ਜੇ ਅੱਜ ਮੇਰਾ ਸਰੀਰ ਵੱਧ ਗਿਆ, ਮੈਂ ਜਵਾਨ ਹੋ ਗਿਆ, ਤੇ ਮੈਂ ਛੋਟੇ ਕੱਪੜਿਆਂ ਨੂੰ ਸਾੜਨਾ ਨਹੀਂ, ਇਹ ਛੋਟਿਆਂ ਦੇ ਕੰਮ ਆ ਸਕਦੇ। ਤਾਂ ਜਿਹੜੇ ਛੋਟੇ ਛੋਟੇ ਕਰਮ ਨੇ ਨਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਵੀ ਪਿਆਰ ਨਾਲ ਪਰਿਕਰਮਾ ਕਰ, 2-3 ਵਾਰੀ ਮੱਥਾ ਟੇਕ, ਗੁਰੂ ਸਾਹਿਬ ਨੂੰ ਚੌਰ ਸਾਹਿਬ ਕਰ, ਪ੍ਰਸ਼ਾਦ ਵਰਤਾ, ਲੰਗਰ ਵਰਤਾ, ਇਹ ਸਾਰੇ ਜਿਹੜੇ ਕਰਮ ਨੇ ਸ਼ਬਦ ਤੱਕ ਲੈ ਕੇ ਜਾਣ ਵਾਸਤੇ ਹਨ, ਬੜੇ ਜ਼ਰੂਰੀ ਨੇ। ਇਹਨਾਂ ਨੂੰ ਕਦੀ ਗੁਰਮਤਿ ਵਿੱਚੋਂ ਕੱਟਿਆ ਨਹੀਂ ਜਾ ਸਕਦਾ। ਪਰ ਜਦੋਂ ਉਮਰ ਵੱਧ ਗਈ, ਧਾਰਮਿਕ ਦੁਨੀਆ ਦੀ ਵੀ ਇੱਕ ਉਮਰ ਹੁੰਦੀ ਹੈ। ਤੁਸੀਂ ਸ਼ਾਇਦ ਸੁਣਿਆ ਹੋਵੇਗਾ ਕਿ ਇੱਕ ਬੜਾ ਵੱਡਾ ਰੋਗ ਹੈ ਮਨੁੱਖੀ ਸਰੀਰਾਂ ਦੇ ਅੰਦਰ, ਕਿਤੇ ਕਿਤੇ ਵਾਪਰਦਾ, ਬਹੁਤਾ ਜ਼ਿਆਦਾ ਨਹੀਂ ਹੈ। ਉਹ ਰੋਗ ਹੈ ਕਿ ਬੱਚਾ 10, 11, 12 ਸਾਲ ਦੀ ਉਮਰ ਤੱਕ ਉਹਦਾ ਸਰੀਰ ਵੱਧਦਾ ਹੈ, ਤੇ 12 ਸਾਲ ਤੋਂ ਬਾਅਦ ਉਹਦਾ ਸਰੀਰ ਜਿਹੜਾ ਹੈ ਵਧਣਾ ਰੁਕ ਜਾਂਦਾ ਹੈ, ਤੇ ਉਮਰ ਵਧੀ ਜਾਂਦੀ ਹੈ। ਸਰੀਰ ਉੱਥੇ ਰਹਿੰਦਾ 12 ਸਾਲ ਤੱਕ। ਉਹਦੇ ਅੰਦਰ ਕੋਈ ਇਸ ਤਰ੍ਹਾਂ ਦਾ ਰੁਕਾਵਟ ਪੈ ਜਾਂਦੀ ਸਰੀਰ ਦੇ ਅੰਦਰ ਕਿ ਉਹਦਾ ਸਰੀਰ ਅੱਗੇ ਨਹੀਂ ਵੱਧਦਾ। ਉਮਰ ਉਹਦੀ ਵੱਧਦੀ ਜਾਂਦੀ, ਭਾਵੇਂ 40 ਸਾਲ ਦਾ ਹੋ ਜਾਏ, ਸਰੀਰ 12 ਸਾਲ ਦਾ ਰਹਿ ਜਾਂਦਾ ਹੈ, ਉਹਦੀ ਉਮਰ ਨਹੀਂ ਵੱਧਦੀ। ਇਹ ਇੱਕ ਫਿਜ਼ੀਕਲ ਸੰਸਾਰਕ ਸਰੀਰ ਦਾ ਰੋਗ ਹੈ। ਜਿਵੇਂ ਸੰਸਾਰ ਦਾ ਰੋਗ ਹੈ ਕਿ ਬੰਦੇ ਦਾ ਸਰੀਰ ਨਹੀਂ ਵੱਧਦਾ, ਉਮਰ ਵੱਧ ਜਾਂਦੀ ਹੈ, ਇਸੇ ਤਰ੍ਹਾਂ ਧਾਰਮਿਕ ਦੁਨੀਆ ਵਿੱਚ ਵੀ ਇੱਕ ਰੋਗ ਹੈ ਕਿ ਧਾਰਮਿਕ ਜਗਤ ਦੇ ਵਿੱਚ ਮਨੁੱਖ ਸਾਰੀ ਉਮਰ ਬੱਚਾ ਹੀ ਰਹਿੰਦਾ ਹੈ, ਉਹਦਾ ਸਰੀਰ ਵੱਧਦਾ ਹੀ ਨਹੀਂ, ਉਹਦੀ ਉਮਰ ਵੱਧਦੀ ਕੋਈ ਨਹੀਂ, ਵਿਕਾਸ ਨਹੀਂ ਹੁੰਦਾ, ਉੱਥੇ ਹੀ ਖੜਾ ਹੈ। ਬਸ ਇੱਕ ਥਾਂ ਤੋਂ ਤੁਰਿਆ ਸੀ, ਕਿਸੇ ਨੇ ਕਹਿ ਦਿੱਤਾ ਇਹ ਸਿੱਖ ਹੈ, ਕੰਨਾਂ ਵਿੱਚ ਪਾ ਦਿੱਤੀ ਗੱਲ, ਸਿੱਖ ਦੇ ਘਰ ਜਨਮ ਲਿਆ, ਗੁਰਦੁਆਰੇ ਸੰਗਰਾਂਦ ਨੂੰ ਚਲਾ ਗਿਆ, ਲੰਗਰ ਵਿੱਚ ਰਸ ਦੇ ਦਿੱਤੀ, ਹਫ਼ਤੇ ਬਾਅਦ ਫੁੱਲ ਚੜਾ ਦਿੱਤੇ, ਵਿੱਚ ਵਿੱਚ ਦੇਗ ਕਰਾ ਦਿੱਤੀ, ਕਦੀ ਕਦੀ ਕੀਰਤਨ ਕਰਾ ਦਿੱਤਾ। ਲੋਕਾਂ ਨੇ ਕਿਹਾ ਬਹੁਤ ਵੱਡਾ ਸਿੱਖ ਹੈ, ਉਹਨੇ ਕਿਹਾ ਮੈਂ ਵੀ ਸਿੱਖ ਹਾਂ, ਭਰਮ ਪੈ ਗਿਆ, ਉੱਥੇ ਰੁਕ ਗਿਆ। ਸਿੱਖੀ ਇੱਥੇ ਸਮਾਪਤ ਨਹੀਂ ਹੁੰਦੀ, ਅਜੇ ਤਾਂ ਸ਼ੁਰੂਆਤ ਹੋਈ ਸੀ। ਹੁਣ ਉਹਦੀ ਉਮਰ ਰੁਕ ਗਈ, ਜਿਹੜੀ ਅਧਿਆਤਮ ਉਮਰ ਸੀ ਰੁਕ ਗਈ। ਉਸ ਉਮਰ ਨੇ ਵਧਣਾ ਸੀ ਸ਼ਬਦ ਦੇ ਅਭਿਆਸ ਨਾਲ, ਅੰਦਰ ਦੇ ਕੱਦ ਨੇ ਵਧਣਾ ਸੀ, ਪਰ ਉਹਨੂੰ ਖੁਰਾਕ ਹੀ ਕੋਈ ਨਹੀਂ ਮਿਲੀ। ਤੇ ਸਟੇਜਾਂ ਤੇ ਬੋਲਣ ਵਾਲਿਆਂ ਨੇ ਵੀ
ਉਹਨਾਂ ਦੀ ਬੜੀ ਉਪਮਾ ਕੀਤੀ। ਇਹ ਬਹੁਤ ਸੇਵਾਦਾਰ ਖਾਨਦਾਨੀ ਨੇ, ਇਹਨਾਂ ਦੇ ਦਾਦੇ ਪੜਦਾਦੇ ਵੀ ਬੜੇ ਖਾਨਦਾਨੀ ਸਿੱਖ ਰਹੇ ਨੇ। ਜਿਹੜਾ ਉਹਨਾਂ ਨੇ ਇੱਕ ਕਦਮ ਅੱਗੇ ਤੁਰਨਾ ਸੀ ਉਹ ਵੀ ਫੁੱਲ ਕੇ ਬੈਠ ਗਏ, ਉਹ ਵੀ ਨਹੀਂ ਤੁਰੇ। ਤਾਂ ਇਸ ਤਰ੍ਹਾਂ ਦੇ ਉਪਦੇਸ਼ਕ ਤੁਹਾਨੂੰ ਬੜੀ ਜਲਦੀ ਮਿਲ ਜਾਣਗੇ, ਜਿਹੜੇ ਤੁਹਾਡੀ ਵਡਿਆਈ ਸਿਰਫ ਕਰੀ ਜਾਂਦੇ ਨੇ। ਜਿਹੜੇ ਸਰੋਤਿਆਂ ਨੂੰ ਪੁੱਛਦੇ ਤੁਸੀਂ ਕੀ ਸੁਣਨਾ ਹੈ, ਜਿਹੜੇ ਪ੍ਰਬੰਧਕਾਂ ਨੂੰ ਪੁੱਛਦੇ ਤੁਸੀਂ ਕੀ ਸੁਣਨਾ ਚਾਹੁੰਦੇ ਹੋ, ਤਾਂ ਉਹ ਕਿਵੇਂ ਤਬਦੀਲੀ ਲਿਆ ਸਕਣਗੇ ਇਸ ਸੰਸਾਰ ਦੇ ਵਿੱਚ, ਕਿਵੇਂ ਸੱਚ ਕਹਿ ਸਕਣਗੇ। ਉਹਨਾਂ ਨੇ ਤਾਂ ਗੁਰੂ ਨੂੰ ਪੁੱਛਣਾ ਸੀ ਵੀ ਮੈਂ ਇੱਥੇ ਕੀ ਕਹਿਣਾ ਹੈ, ਗੁਰੂ ਨੂੰ ਤੇ ਪਾਸੇ ਕਰ ਦਿੱਤਾ। ਇਹ ਨਹੀਂ ਕਿਹਾ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਤੇ ਇਹ ਕਹਿ ਰਿਹਾ, ਮੈਂ ਤੇ ਕਹਿਣੇ ਕਹਿਣਾ, ਭਾਵੇਂ ਘੱਟ ਸਮਾਂ ਕਿਹਾ ਜਾਏ, ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਤਾਂ ਜਦੋਂ ਕੋਈ ਵੈਦ ਜਿਹੜਾ ਉਹ ਮਰੀਜ਼ ਨੂੰ ਪੁੱਛਦਾ ਹੈ ਵੀ ਦਵਾਈ ਕੌੜੀ ਹੈ, ਖਾ ਲਏਗਾ ਕਿ ਨਹੀਂ, ਤਾਂ ਉਹਦਾ ਰੋਗ ਕਿਵੇਂ ਹਟਾ ਸਕੇਗਾ? ਉਹਦੇ ਪਰਹੇਜ਼ ਦੇ ਨਾਲ ਸਮਝੌਤਾ ਕਰੀ ਜਾਂਦਾ ਹੈ, ਤਾਂ ਕਿਵੇਂ ਉਹਦਾ ਰੋਗ ਹਟੇਗਾ? ਇਸ ਕਰਕੇ ਗੁਰੂ ਜਿਹੜਾ ਹੈ ਉਹ ਲਿਹਾਜ਼ ਨਹੀਂ ਕਰਦਾ ਸਿੱਖ ਦਾ। ਜੋ ਸਮੇਂ ਦੇ ਅਨੁਸਾਰ ਸੱਚ ਹੈ ਉਹਦੇ ਉੱਤੇ ਉਹ ਵਰਾ ਦਿੰਦਾ, ਉਹਨੂੰ ਬਖਸ਼ ਦਿੰਦਾ। ਬੇਨਤੀ ਕਰ ਰਿਹਾ ਸਾਂ, ਇੱਕ ਸੰਸਾਰਕ ਉਮਰ ਹੈ, ਇੱਕ ਅਧਿਆਤਮ ਉਮਰ ਹੈ, ਉਹ ਨਹੀਂ ਵੱਧਦੀ ਸ਼ਬਦ ਤੋਂ ਬਿਨਾ। ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ। ਅਸੀਂ ਸ਼ਤਾਬਦੀਆਂ ਜ਼ਰੂਰ ਮਨਾਈਆਂ ਨੇ, ਅਸੀਂ ਕਿਤਾਬਾਂ ਜ਼ਰੂਰ ਲਿਖੀਆਂ ਨੇ ਵੀ ਸ਼ਬਦ ਸਾਡੇ ਗੁਰੂ ਨੇ, ਹੈ ਸਚਾਈ ਸੀ, ਪਰ ਸ਼ਬਦ ਕਿਵੇਂ ਗੁਰੂ ਨੇ, ਕਿਵੇਂ ਸ਼ਬਦ ਨਾਲ ਜੁੜਨਾ ਹੈ, ਇਹ ਦੋਵਾਂ ਲੋਕਾਂ ਵਿੱਚ ਕਿਵੇਂ ਸਹਾਈ ਹੁੰਦਾ ਹੈ। ਸ਼ਬਦ ਦੇ ਕੁਝ ਨਾ ਕੁਝ ਤਾਂ ਭੇਦ ਆਦਮੀ ਨੂੰ ਆਉਣੇ ਚਾਹੀਦੇ ਨਾ। ਤਾਂ ਜਿੰਨਾ ਵੱਡਾ ਗੁਰੂ ਸਿੱਖ ਦੇ ਨਾਲ ਸੰਪਰਕ ਤਾਂ ਬਣੇਗਾ ਜਾਂ ਤੇ ਗੁਰੂ ਥੱਲੇ ਆ ਕੇ ਉਹਦੀ ਗੱਲ ਕਰੇ, ਉਹਦੀ ਭਾਸ਼ਾ ਬੋਲੇ, ਉਹਦੇ ਤੋਂ ਬਾਅਦ ਫਿਰ ਸਿੱਖ ਨੂੰ ਉਹਨਾਂ ਵੱਡਾ ਕਰਕੇ ਲੈ ਜਾਏ, ਉੱਪਰ ਚਲਾ ਜਾਏ। ਇੱਕ ਸਿੱਖ ਦਾ ਜ਼ਿਕਰ ਆਇਆ ਹੈ, ਗੁਰੂ ਤੇਗ ਬਹਾਦਰ ਸਾਹਿਬ ਗਏ ਸੀ ਇਧਰ ਅਸਾਮ ਵੱਲ, ਬਿਹਾਰ ਵੱਲ, ਤਾਂ ਉਹਦਾ ਘਰ ਸੀ। ਜਦੋਂ ਉਹਦਾ ਘਰ, ਉਹਨੂੰ ਪਹਿਲਾਂ ਖਬਰ ਮਿਲ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਰਹੇ ਨੇ ਇਧਰ ਪੂਰਬ ਵਾਲੇ ਪਾਸੇ, ਤਾਂ ਉਹਨੇ ਆਪਣਾ ਉਹ ਮਕਾਨ ਬਣਵਾ ਰਿਹਾ ਸੀ, ਨਵਾਂ ਮਕਾਨ ਬਹੁਤ ਵੱਡਾ। ਤਾਂ ਜਦੋਂ ਉਹਨੇ ਮਕਾਨ ਦਾ ਦਰਵਾਜ਼ਾ ਬਣਾਉਣ ਦੀ ਗੱਲ ਚੱਲੀ, ਤਾਂ ਉਹਨੇ ਆਪਣੇ ਰਾਜ ਮਿਸਤਰੀ ਨੂੰ ਕਿਹਾ ਵੀ ਇਹ ਦਰਵਾਜ਼ਾ ਇੰਨਾ ਵੱਡਾ ਮੇਰੇ ਮਕਾਨ ਦਾ ਹੋਣਾ ਚਾਹੀਦਾ ਜਿਹਦੇ ਵਿੱਚੋਂ ਕੋਈ ਘੋੜ ਸਵਾਰ ਘੋੜੇ ਦੇ ਉੱਤੇ ਬੈਠਾ ਹੀ ਅੰਦਰ ਚਲਾ ਜਾਏ। ਉਹਨੂੰ ਪਤਾ ਸੀ ਸਤਿਗੁਰੂ ਨੇ ਘੋੜੇ ਤੇ ਚੜ੍ਹ ਕੇ ਆਉਣਾ। ਉਹ ਜਿਹੜਾ ਮਿਸਤਰੀ ਸੀ ਉਹਨੇ ਕਿਹਾ ਵੀ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ, ਲੋਕ ਵੇਖਣਗੇ ਵੀ ਇਹ ਕਿੰਨੇ ਮਕਾਨ ਬਣਾਇਆ, ਵੀ ਜਿੰਨਾ ਉੱਚਾ ਮਕਾਨ ਉਨਾ ਹੀ ਉੱਚਾ ਦਰਵਾਜ਼ਾ, ਤਾਂ ਮੇਰੀ ਬਦਨਾਮੀ ਹੋਏਗੀ, ਲੋਕ ਮੈਨੂੰ ਕਹਿਣਗੇ ਗਲਤ ਹੈ, ਤੂੰ ਇਸ ਤਰ੍ਹਾਂ ਕਿਉਂ ਕਰਾ ਰਿਹਾ ਹੈ, ਇਸ ਦਰਵਾਜ਼ੇ ਉੱਚੇ ਦੀ ਕੀ ਲੋੜ ਹੈ। ਤਾਂ ਉਸ ਵੇਲੇ ਜਵਾਬ ਦਿੱਤਾ ਉਸ ਗੁਰਸਿੱਖ ਨੇ, ਕਹਿਣ ਲੱਗੇ ਮੇਰਾ ਗੁਰੂ ਬਹੁਤ ਵੱਡਾ ਹੈ ਤੇ ਵੱਡੇ ਗੁਰੂ ਨੂੰ ਅੰਦਰ ਲਿਆਉਣ ਵਾਸਤੇ ਦਰਵਾਜ਼ਾ ਵੀ ਵੱਡਾ ਚਾਹੀਦਾ ਹੈ। ਉਹ ਕਹਿਣ ਲੱਗਾ ਇਹਦੇ ਵਿੱਚ ਬੜੀ ਵੱਡੀ ਫਿਲਾਸਫੀ ਸੀ। ਅਸਲ ਵਿੱਚ ਉਹ ਗੁਰਸਿੱਖ ਕਹਿ ਰਿਹਾ ਸੀ ਕਿ ਜੇ ਗੁਰੂ ਨੂੰ ਜੀਵਨ ਵਿੱਚ ਲਿਆਉਣਾ ਹੈ ਤੇ ਸਿੱਖ ਦਾ ਜੀਵਨ ਵੀ ਬਹੁਤ ਉੱਚਾ ਹੋਣਾ ਚਾਹੀਦਾ ਹੈ, ਤਾਂ ਉਹਦਾ ਗੁਰੂ ਨਾਲ ਸੰਬੰਧ ਜੁੜ ਸਕਦਾ। ਤਾਂ ਗੁਰੂ ਜਿਹੜੀ ਸ਼ਕਤੀ, ਉਹਦੇ ਅਰਥ ਕੀ ਹੋਣਗੇ? ਜਿਹੜੀ ਲੋਕ ਪਰਲੋਕ ਦੋਵਾਂ ਵਿੱਚ ਚੱਲਦੀ ਏ, ਇੱਥੇ ਚੱਲਦੀ ਸਤਿਗੁਰੂ ਨੇ ਜਪਜੀ ਸਾਹਿਬ ਵਿੱਚ ਕਿਰਪਾ ਕੀਤੀ। ਕਹਿਣ ਲੱਗੇ ਜੇ ਇੱਥੇ ਸ਼ਬਦ ਨਾ ਹੋਵੇ, ਸ਼ਬਦ ਤੋਂ ਬਿਨਾ ਮਨੁੱਖ ਸਫ਼ਰ ਨਹੀਂ ਕਰ ਸਕਦਾ। ਵੈਸੇ ਸਾਨੂੰ ਇਹਦੀ ਕੀਮਤ ਦਾ ਪਤਾ ਨਹੀਂ। ਵੇਖੋ, ਪ੍ਰਮਾਤਮਾ ਨਾ ਕਰੇ ਕਿਸੇ ਬੰਦੇ ਦਾ ਪੈਰ ਨਾ ਹੋਵੇ ਸੰਸਾਰ ਵਿੱਚ, ਉਹ ਚੱਲ ਸਕਦਾ ਹੈ। ਉਹਦਾ ਹੱਥ ਨਾ ਹੋਵੇ, ਉਹ ਵੀ ਚੱਲ ਸਕਦਾ ਹੈ। ਉਹਦੀਆਂ ਅੱਖਾਂ ਨਾ ਹੋਣ, ਉਹ ਵੀ ਚੱਲ ਸਕਦਾ ਹੈ। ਸਰੀਰ ਦੇ ਅੰਗਾਂ ਤੋਂ ਬਿਨਾਂ ਸਰ ਸਕਦਾ ਹੈ, ਪਰ ਜੇ ਕਿਸੇ ਬੰਦੇ ਨੂੰ ਨਾਮ ਸ਼ਬਦ ਨਾ ਉਹਦੇ ਨਾਲ ਕੋਈ ਜੁੜੇ ਤੇ ਉਹ ਬੰਦਾ ਸੰਸਾਰ ਵਿੱਚ ਸਫ਼ਰ ਨਹੀਂ ਕਰ ਸਕਦਾ। ਇੱਥੇ ਵੀ ਚੱਲਦਾ ਸ਼ਬਦ। ਜਨਮ ਲਵੇਗਾ ਤੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਜਿੱਥੇ ਹੋਰ ਕਈ ਗੱਲਾਂ ਚੱਲਦੀਆਂ ਨੇ, ਉੱਥੇ ਇੱਕ ਗੱਲ ਬੜੀ ਜਲਦੀ ਉਸ ਪਰਿਵਾਰ ਵਿੱਚ ਚੱਲਦੀ ਹੈ ਵੀ ਇਹਦਾ ਨਾਮ ਕੀ ਰੱਖਣਾ ਹੈ, ਕੀ ਕਾਲ ਹੈ ਨਾਮ ਰੱਖਣ ਦੀ। ਕਿਉਂ?
ਕਾਰਨ ਕੀ ਹੈ? ਕਿਉਂਕਿ ਇਹ ਸਚਾਈ ਹੈ, ਨਾਮ ਇੱਕ ਸ਼ਬਦ ਹੈ ਤੇ ਸ਼ਬਦ ਤੋਂ ਬਿਨਾ ਕੋਈ ਵੀ ਬੱਚਾ, ਕੋਈ ਵੀ ਮਨੁੱਖ ਸੰਸਾਰ ਵਿੱਚ ਸਫ਼ਰ ਨਹੀਂ ਕਰ ਸਕੇਗਾ। ਅਖਰੀ ਨਾਮ ਅਖਰੀ ਸਾਲਾ, ਉਹਦਾ ਨਾਮ ਹੀ ਨਹੀਂ ਰੱਖਿਆ। ਇੱਕ ਬੱਚੇ ਤੇ ਇਹ ਤੁਸੀਂ ਤਜਰਬਾ ਵੀ ਕਰ ਸਕਦੇ ਹੋ, ਜਿਹਦਾ ਨਾਮ ਨਹੀਂ ਦਿੱਤਾ ਗਿਆ, ਜਿਸ ਨੂੰ ਵੀ ਇਹ ਫਲਾਣਾ ਸਿੰਘ ਹੈ, ਤਾਂ ਉਹਨੂੰ ਤੁਸੀਂ ਲੈ ਕੇ ਜਾਓ ਸਕੂਲ ਦੇ ਅੰਦਰ, ਤਾਂ ਟੀਚਰ ਕਹੇਗਾ ਸਭ ਤੋਂ ਪਹਿਲਾਂ ਇਹਦਾ ਨਾਮ ਕੀ ਹੈ, ਦੱਸੋ ਕਿਹੜੇ ਸ਼ਬਦ ਨਾਲ ਜੁੜਿਆ ਹੋਇਆ ਇਹਦਾ ਸਰੀਰ, ਜਿਹੜਾ ਕਿਹਦੇ ਦੁਆਰਾ ਇਹਨੂੰ ਜ਼ਿੰਦਗੀ ਦਾ ਸਫ਼ਰ ਅੱਗੇ ਲਿਜਾਉਣਾ ਚਾਹੁੰਦੇ ਹੋ। ਜੇ ਉੱਥੇ ਕਹੋ ਵੀ ਇਹਦਾ ਨਾਮ ਨਹੀਂ, ਉਹ ਕਹਿਣਗੇ ਨਾਮ ਤੋਂ ਬਿਨਾਂ ਇਹ ਪੜ੍ਹੇਗਾ ਕਿਵੇਂ ਚੱਲੇਗਾ, ਕੋਈ ਤਰੀਕਾ ਨਹੀਂ ਹੈ। ਫਿਰ ਉਹ ਨਾਮ ਚੱਲਦਾ ਹੈ ਤੇ ਅੱਗੇ ਜਾ ਕੇ ਜਿਹੜਾ ਉਹ ਨਾਮ ਹੈ ਨਾ, ਉਹਦਾ ਰੱਖਿਆ ਹੋਇਆ ਨਾਮ, ਜੇ ਕਿਤੇ ਉਸ ਨਾਮ ਦੇ ਵਿੱਚ ਲਗ ਮਾਤਰ ਦਾ ਫਰਕ ਪੈ ਜਾਏ ਨਾ ਉਹਦੇ ਪਾਸਪੋਰਟ ਦੇ ਉੱਤੇ ਜਾਂ ਕਿਸੇ ਵੀ ਕਾਗਜ਼ ਦੇ ਵਿੱਚ, ਤਾਂ ਬੜੀ ਵੱਡੀ ਦੁਬਿਧਾ ਖੜੀ ਹੋ ਜਾਂਦੀ। ਥੋੜਾ ਜਿਹਾ ਸ਼ਬਦ ਹਿੱਲ ਗਿਆ, ਕਿਤੇ ਇੱਕ ਡੰਡਾ, ਕਿਤੇ ਇੱਕ ਲਗ ਮਾਤਰ ਅੱਗੇ ਪਿੱਛੇ ਹੋ ਗਈ, ਸਾਰੀ ਜ਼ਿੰਦਗੀ ਅਸਤ ਵਿਅਸਤ ਹੋ ਗਈ, ਉਹਦਾ ਜੀਵਨ ਹੀ ਰੁਕ ਗਿਆ। ਉਹ ਕਹਿਣਗੇ ਇਹਦਾ ਨਾਮ ਠੀਕ ਨਹੀਂ, ਜਿਹੜਾ ਦੂਸਰੇ ਕਾਗਜ਼ ਵਿੱਚ, ਜਿਹੜਾ ਬਰਥ ਸਰਟੀਫਿਕੇਟ, ਉਹਦੇ ਵਿੱਚ ਇਹ ਨਾਮ ਹੈ ਤੇ ਇਧਰ ਇਹ ਨਾਮ ਚੱਲਦਾ, ਗੜਬੜ ਹੈ ਕੋਈ ਜੀਵਨ ਵਿੱਚ, ਉਹ ਰੁਕ ਜਾਏਗਾ। ਤਾਂ ਜੇ ਸ਼ਬਦ ਵਿੱਚ ਇੱਕ ਲਗ ਮਾਤਰ ਨਾਲ ਹੀ ਜੀਵਨ ਰੁਕ ਜਾਂਦਾ ਹੈ, ਤੇ ਜਿਹੜੇ ਬੰਦੇ ਸ਼ਬਦ ਤੋਂ ਹੀ ਟੁੱਟ ਗਏ ਨੇ, ਉਹਨਾਂ ਦਾ ਜੀਵਨ ਕਿਵੇਂ ਚੱਲੇਗਾ? ਜਿਹੜੇ ਗੁਰੂ ਤੋਂ ਹੀ ਦੂਰ ਚਲੇ ਗਏ ਨੇ, ਉਹ ਤਾਂ ਬਿਲਕੁਲ ਬੇਕਾਰ ਹੋ ਗਏ। ਉਹਨੂੰ ਹੀ ਕਿਹਾ ਗੁਰੂ ਅਮਰਦਾਸ ਜੀ ਨੇ, ਬਿਨ ਨਾਵੈ ਜਗ ਕਮਲਾ ਫਿਰੈ। ਨਾਵੈ ਦੇ ਅਰਥ ਇੱਥੇ ਸ਼ਬਦ ਹੈ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ। ਜੇ ਤੂੰ ਪ੍ਰਮਾਤਮਾ ਨਾਲ ਜੁੜਨਾ ਹੈ ਤੇ ਗੀਤ ਗਾਉਣੇ ਨੇ, ਉਹਦੇ ਕੀਰਤਨ ਕਰਨਾ ਹੈ, ਉਹਦੇ ਨਾਲ ਗੱਲ ਕਰਨੀ ਹੈ, ਉਹਦੇ ਨਾਲ ਬੋਲਣਾ ਹੈ, ਤਾਂ ਤੇਰੇ ਕੋਲ ਹੋਰ ਕੋਈ ਵਸੀਲਾ ਨਹੀਂ, ਤੈਨੂੰ ਫਿਰ ਵੀ ਸ਼ਬਦ ਚਾਹੀਦਾ ਹੈ, ਅੱਖਰ ਚਾਹੀਦੇ ਨੇ, ਅੱਖਰ ਤੈਨੂੰ ਬੋਲਣੇ ਪੈਣਗੇ। ਬਾਬਾ ਫਰੀਦ ਜੀ ਨੇ ਤੇ ਇਹਦੇ ਉੱਤੇ 2 ਸ਼ਲੋਕ ਵੀ ਉਚਾਰ ਦਿੱਤੇ, ਇਸਲਾਮ ਵਿੱਚ ਸਨ। ਉਹਨਾਂ ਨੇ ਬਚਨ ਕਿਹਾ, ਕਵਣ ਸੋ ਅੱਖਰ, ਉਹ ਕਿਹੜੇ ਅੱਖਰ ਨੇ ਜਿਨ੍ਹਾਂ ਨੂੰ ਬੋਲਣ ਨਾਲ ਤੇਰੇ ਨਾਲ ਸੰਪਰਕ ਹੁੰਦਾ ਹੈ, ਤੇਰੇ ਨਾਲ ਸੰਬੰਧ ਜੁੜਦਾ ਹੈ। ਕਵਣ ਸੋ ਅੱਖਰ, ਕਿਹੜੇ ਅੱਖਰ ਹਨ? ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਅੱਖਰ ਕਿਹੜੇ ਬੋਲਾਂ, ਤੇ ਗੁਣ ਦੇ ਅਰਥ ਨੇ ਸੁਭਾਵ ਕਿਵੇਂ ਦਾ ਬਣਾਵਾਂ। ਜਿੱਥੇ ਵੀ ਸ਼ਬਦ ਗੁਣ ਆਏਗਾ ਗੁਰਬਾਣੀ ਦੇ ਅੰਦਰ, ਉਹਦੇ ਅਰਥ ਹੋਣਗੇ ਬੰਦੇ ਦਾ ਸੁਭਾਵ, ਉਹਦੇ ਸੋਚਣ ਦਾ ਤਰੀਕਾ, ਉਹਦੀ ਭਾਵ ਪ੍ਰਕਿਰਿਆ ਕਿਵੇਂ ਜਿਉਂਦਾ ਹੈ। ਕਵਣ ਗੁਣ, ਕਵਣ ਸੋ ਮਣੀਆਂ ਮੰਤ। ਮੰਤ ਦੇ ਅਰਥ ਨੇ ਜੀਵਨ ਦੀ ਡੂੰਘੀ ਵਿਚਾਰਧਾਰਾ, ਜਿਹਨੂੰ ਬੰਦਾ ਬਾਹਰ ਪ੍ਰਗਟ ਨਹੀਂ ਕਰਦਾ, ਉਹਦੇ ਅੰਦਰ ਬੜੇ ਡੂੰਘੇ ਥਾਂ ਤੇ ਬੰਦ ਰਹਿੰਦੀ ਹੈ। ਇੱਕ ਅੰਦਰ ਦਾ ਮੰਤਵ ਜਿਹਨੂੰ ਕਹਿੰਦੇ ਨੇ, ਉਹ ਵਿੱਚ ਬੰਦ ਰੱਖਦਾ ਹੈ। ਜਿਵੇਂ ਅਸੀਂ ਕਿਸੇ ਨਾਲ ਗੱਲ ਕਰਨੇ ਆ, ਅਸੀਂ ਕਹਿੰਦੇ ਆ ਗੱਲ ਤਾਂ ਉਹ ਸਾਡੇ ਕੋਲ ਹੈ, ਦੂਜੇ ਨੂੰ ਨਹੀਂ ਦੱਸਣੀ, ਉਹਨੂੰ ਕਹਿੰਦੇ ਨੇ ਮਣੀਆਂ ਮੰਤ। ਇਹ 3 ਹਿੱਸੇ ਕਰ ਦਿੱਤੇ ਬਾਬਾ ਫਰੀਦ ਜੀ ਨੇ ਸ਼ਬਦ ਦੇ, ਨਾਮ ਦੇ 3 ਥਾਂ ਦੱਸ ਦਿੱਤੇ। ਇੱਕ ਤਾਂ ਬੋਲਣ ਵਾਲਾ ਸ਼ਬਦ, ਇੱਕ ਵਿਚਾਰਧਾਰਾ ਵਾਲਾ ਸ਼ਬਦ, ਜਿਵੇਂ ਕਈ ਸੱਜਣ ਕਹਿੰਦੇ ਹੁਣ ਰਾਤ ਨੂੰ ਸੌਂਦੇ ਆ, ਉਹਦੇ ਵਿੱਚ ਜਪਜੀ ਸਾਹਿਬ ਅਸੀਂ ਕਰ ਲੈਂਦੇ, ਸੁੱਤਿਆਂ ਹੋਇਆ ਕਈ ਵਾਰੀ ਨਿਤਨੇਮ ਹੋ ਜਾਂਦਾ, ਉਹ ਵਿਚਾਰਧਾਰਾ ਦਾ ਨਿਤਨੇਮ, ਅਜੇ ਡੂੰਘੇ ਥਾਂ ਤੇ ਨਹੀਂ ਗਿਆ, ਉਹ ਅਵਸਥਾ ਨਹੀਂ ਹੈ ਚੰਗੀ ਚੀਜ਼। ਉਹ ਬੜੇ ਗੁਰਮੁਖ ਇਸ ਤਰ੍ਹਾਂ ਦੇ ਮਿਲਦੇ ਨੇ, ਉਹ ਕਹਿੰਦੇ ਹੁਣ ਤਾਂ ਬੜੀ ਕਿਰਪਾ ਹੋ ਗਈ ਹੈ। ਕੀ ਕਿਰਪਾ ਹੋਈ? ਕਹਿਣ ਲੱਗੇ ਸੁਖਮਣੀ ਸਾਹਿਬ ਸੁੱਤਿਆਂ ਹੀ ਹੋ ਜਾਂਦਾ ਹੈ। ਉਹ ਚੰਗਾ ਤਾਂ ਹੈ ਸੀ, ਕਿਉਂਕਿ ਸੁਖਮਣੀ ਸਾਹਿਬ ਨਾਲ ਇੰਨਾ ਡੂੰਘਾ ਪਿਆਰ ਕੀਤਾ ਕਿ ਸੁੱਤਿਆਂ ਵੀ ਚੱਲਣ ਲੱਗ ਪਿਆ, ਪਰ ਚੱਲਿਆ ਅਜੇ ਰਿਕਾਰਡਿੰਗ ਵਿੱਚ, ਸਿਰਫ ਵਿਚਾਰਧਾਰਾ ਵਿੱਚ, ਦਿਮਾਗ ਵਿੱਚ ਚੱਲਿਆ, ਅਜੇ ਅੰਦਰ ਨਹੀਂ ਗਿਆ। ਤਾਂ ਕਈ ਵਾਰੀ ਕਈਆਂ ਨੇ ਦੱਸ ਵੀ ਦਿੱਤਾ ਉਹਨਾਂ ਨੂੰ ਵੀ ਤੁਹਾਡੀ ਹੁਣ ਸੰਪੂਰਨਤਾ ਹੋ ਗਈ ਹੈ, ਪਰ ਉਹ ਵੀ ਅਜੇ ਪੂਰਾ ਥਾਂ ਨਹੀਂ ਸੀ ਆਇਆ, ਉੱਥੇ ਹੀ ਰੁਕ ਗਿਆ। ਥੋੜੇ ਚਿਰ ਬਾਅਦ ਫਿਰ ਉਹ ਬੰਦਾ ਅੱਕ ਜਾ ਜਾਂਦਾ ਉਹਦੇ ਤੋਂ, ਕਿਉਂਕਿ ਅਜੇ ਉਹ ਅੰਦਰ ਮਣੀਆਂ ਮੰਤ ਤੱਕ ਨਹੀਂ ਗਿਆ ਸ਼ਬਦ। ਜਿਹੜਾ ਮਣੀਆਂ ਮੰਤ ਦਾ ਅਰਥ ਹੈ ਜਿਹਨੂੰ ਤੁਸੀਂ ਜਪੋ ਵੀ ਨਾ ਤੇ ਫਿਰ ਵੀ ਰਵੇ।
ਜਿਹਨੂੰ ਤੁਸੀਂ ਕਰੋ ਵੀ ਨਾ, ਜਿਹਦੇ ਕੋਈ ਅੱਖਰ ਵੀ ਨਾ ਹੋਣ, ਉਹਦਾ ਇੱਕ ਵਜੂਦ ਬਣਿਆ ਰਵੇ, ਉਹ ਤੁਹਾਨੂੰ ਆਪਣੇ ਵੱਲ ਖਿੱਚਦਾ ਰਵੇ। ਮਣੀਆਂ ਮੰਤ, ਜਿਵੇਂ ਆਪਾਂ ਹੁਣ ਇੱਥੇ ਬੈਠੇ ਆ ਨਾ, ਸਾਡੇ ਮਣੀਆਂ ਮੰਤ ਦੇ ਵਿੱਚ ਇਹ ਲਫ਼ਜ਼ ਨਹੀਂ ਚੱਲ ਰਿਹਾ ਵੀ ਇਹ ਮੇਰਾ ਘਰ ਹੈ, ਇਹ ਮੇਰਾ ਘਰ ਹੈ, ਪਰ ਅੰਦਰ ਇੱਕ ਥਾਂ ਬਣੀ ਹੋਈ ਹੈ ਉਸ ਘਰ ਦੀ ਜਿੱਥੋਂ ਅਸੀਂ ਉੱਠ ਕੇ ਆਏ ਹਾਂ। ਇੱਥੇ ਕੋਈ ਲਫ਼ਜ਼ ਨਹੀਂ ਇਹ ਮੇਰਾ ਪੁੱਤਰ ਹੈ, ਇਹ ਮੇਰੀ ਇਸਤਰੀ ਹੈ, ਇਹ ਪਤੀ ਹੈ, ਭਰਾ ਹੈ, ਕੋਈ ਲਫ਼ਜ਼ ਨਹੀਂ, ਪਰ ਇੱਕ ਥਾਂ ਬਣੀ ਹੋਈ, ਉਹ ਜਿਹੜੀ ਅੰਦਰ ਆਪਣੇ ਆਪ ਖੜੀ ਹੋਈ ਹੈ, ਉਹਦਾ ਵਜੂਦ ਬਣ ਗਿਆ, ਉਹਦੀ ਥਾਂ ਬਣ ਗਈ, ਉਹਦਾ ਇੱਕ ਭਾਵ ਗੂੰਜਦਾ ਰਹਿੰਦਾ ਅਣਜਾਣ ਪੁਣੇ ਵਿੱਚ ਬਿਨਾਂ ਅੱਖਰਾਂ ਤੋਂ। ਉਸ ਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਆਤਮ ਉਪਦੇਸ਼ ਮਣੀਆਂ ਮੰਤ, ਆਤਮ ਉਪਦੇਸ਼। ਸਰੀਰ ਸੰਜਮ ਵਿੱਚ ਆ ਗਿਆ। ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜਪਾ ਜਾਪੈ, ਉਹਨੂੰ ਕਹਿੰਦੇ ਨੇ ਅਜਪਾ ਜਾਪ, ਜਿਹਦੇ ਅੱਖਰ ਕੋਈ ਨਹੀਂ ਹਨ। ਜਾਪ ਸੋ ਅਜਪਾ ਜਾਪੈ, ਸਦਾ ਰਹੇ ਕੰਚਨ ਸੀ ਕਾਇਆ, ਕਾਲ ਨਾ ਕਬਹੂ ਵਿਆਪੈ। ਤਾਂ ਬਾਬਾ ਫਰੀਦ ਜੀ ਨੇ ਕਿਹਾ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਅੱਗੇ ਬਚਨ ਕਹਿ ਨਿਵਣ ਸੋ ਅੱਖਰ, ਉਹ ਅੱਖਰ ਐਸੇ ਅੱਖਰ ਹੋਣੇ ਚਾਹੀਦੇ ਜਿਨ੍ਹਾਂ ਦੇ ਵਿੱਚ ਆਦਮੀ ਨਿਵਦਾ ਹੀ ਜਾਏ, ਲਿਫਦਾ ਹੀ ਜਾਏ, ਤਰਲ ਹੁੰਦਾ ਜਾਏ, ਪਾਣੀ ਵਾਂਗੂ ਵਹਿ ਜਾਏ, ਬਿਲਕੁਲ ਨਰਮ ਹੋ ਜਾਏ, ਇਸ ਤਰ੍ਹਾਂ ਦੇ ਅੱਖਰ, ਉਹਦਾ ਮਨ ਇਸ ਤਰ੍ਹਾਂ। ਤਾਂ ਜਾਪ ਸਾਹਿਬ ਦੀ ਬਾਣੀ ਪੜੋਗੇ, ਉਹਦੇ ਵਿੱਚ ਕੀ ਹੈ? ਸਾਰੇ ਨਿਵਣ ਸੋ ਅੱਖਰ ਨੇ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਸਾਰੇ ਨਿਵਣ ਸੋ ਅੱਖਰ ਨੇ। ਉਹ ਨਿਵਾਉਂਦੇ ਨੇ ਬੰਦੇ ਨੂੰ, ਝੁਕਾਉਂਦੇ ਨੇ। ਕਈ ਸੱਜਣ ਕਹਿੰਦੇ ਜਾਪ ਸਾਹਿਬ ਬਾਣੀ ਜਿਹੜੀ ਜੰਗ ਕਰਨ ਲੱਗਿਆਂ ਪੜ੍ਹਨੀ ਚਾਹੀਦੀ, ਜਦੋਂ ਲੜਨਾ ਹੋਵੇ ਕਿਸੇ ਨਾਲ। ਕਿਉਂ? ਕਿਉਂਕਿ ਦਿਮਾਗ ਵਿੱਚ ਬਿਠਾ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਹੀ ਫੜਾਈ ਹੈ ਸਾਨੂੰ ਸਿਰਫ। ਜਾਪ ਸਾਹਿਬ ਅਧਿਆਤਮ ਦੁਨੀਆ ਦੀ ਬਹੁਤ ਵੱਡੀ ਇੱਕ ਹੱਦ ਹੈ। ਜੋਸ਼ ਤਾਂ ਆਪੇ ਆ ਜਾਏਗਾ। ਜਿੱਥੇ ਸੱਚ ਹੈ ਨਾ, ਅਣਖ ਆਪਣੇ ਆਪ ਪੈਦਾ ਹੋ ਜਾਏਗੀ। ਜਿੱਥੇ ਸਚਾਈ ਹੈ, ਜਿੱਥੇ ਧਰਮ ਹੈ, ਜਿੱਥੇ ਨਾਮ ਹੈ, ਉੱਥੇ ਅਣਖ ਪੈਦਾ ਕਰਨ ਵਾਸਤੇ ਬਾਹਰੋਂ ਭਾਸ਼ਣ ਨਹੀਂ ਦੇਣੇ ਪੈਂਦੇ। ਕੁਰਬਾਨੀ ਉਹਦੇ ਜੀਵਨ ਵਿੱਚ ਬੂਟਾ ਬਣ ਕੇ ਉਗਦੀ ਹੈ। ਉਹ ਕੁਰਬਾਨ ਹੋਣਾ ਹੀ ਚਾਹੁੰਦਾ ਹੈ। ਵੈਸੇ ਹੀ ਕੁਰਬਾਨੀ ਉਹਦਾ ਸਵਾਦ ਬਣ ਜਾਂਦੀ ਹੈ। ਜਿਵੇਂ ਇੱਕ ਸ਼ੂਮ ਬੰਦੇ ਨੂੰ ਧਨ ਇਕੱਠਾ ਕਰਨ ਦਾ ਆਨੰਦ ਆਉਂਦਾ ਹੈ ਨਾ, ਉਸ ਤਰ੍ਹਾਂ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਇੱਕ ਗੁਰਮੁਖ ਨੂੰ ਸਭ ਕੁਝ ਵੰਡਣ ਦਾ ਉਸ ਤੋਂ ਕਿਤੇ ਜ਼ਿਆਦਾ ਆਨੰਦ ਆਉਂਦਾ ਹੈ। ਉਹ ਛੱਡਣਾ ਚਾਹੁੰਦਾ, ਉਹਨੂੰ ਪਤਾ ਲੱਗ ਜਾਂਦਾ ਛੱਡਣਾ ਜ਼ਿੰਦਗੀ ਹੈ। ਤਾਂ ਜਾਪ ਸਾਹਿਬ ਕ੍ਰੋਧਿਤ ਕਰਨ ਵਾਲੀ ਬਾਣੀ ਨਹੀਂ ਹੈ। ਜਾਪ ਸਾਹਿਬ ਤਾਂ ਆਦਮੀ ਨੂੰ ਪਰਮਾਤਮਾ ਦੇ ਨਾਲ ਜੁੜਨ ਦੇ ਕਈ ਬਿੰਦੂ ਦਿੱਤੇ ਗਏ ਨੇ। ਕਿਸੇ ਤੋਂ ਤਾਂ ਜੁੜ ਜਾ, ਕਿਸੇ ਰਸਤੇ ਤੋਂ ਤਾਂ ਤੂੰ ਜਾ ਸਕਣਾ ਉਹਦੇ ਵੱਲ। ਪਰ ਇਸ ਢੰਗ ਦੇ ਨਾਲ ਜਿਹੜਾ ਅਸੀਂ ਹਰ ਇੱਕ ਚੀਜ਼ ਦੀ ਵਿਆਖਿਆ ਇਸ ਢੰਗ ਨਾਲ ਕਰ ਦਿੱਤੀ ਕਿ ਧਰਮ ਨੂੰ ਉਬਾਲਾ ਹੀ ਬਣਾ ਦਿੱਤਾ ਸਿਰਫ। ਔਰ ਜਿਹੜਾ ਉਬਾਲਾ ਹੈ, ਤੁਹਾਨੂੰ ਪਤਾ ਹੈ, ਜੇ ਕੰਢਿਆਂ ਤੋਂ ਬਾਹਰ ਜਾਏ ਤੇ ਜਿਹੜੀ ਚੀਜ਼ ਨੂੰ ਉਬਾਲਾ ਹੁੰਦਾ ਗੁਆਚ ਜਾਂਦੀ ਹੈ, ਉਹ ਡਿੱਗ ਪੈਂਦੀ ਹੈ, ਉਹ ਖਿਲਰ ਜਾਂਦੀ। ਕਈ ਵਾਰੀ ਅਸੀਂ ਖਿਲਾਰਿਆ ਜੀਵਨ ਨੂੰ। ਕਿਉਂ? ਕਿਉਂਕਿ ਸ਼ਬਦ ਤੋਂ ਦੂਰ ਚਲੇ ਗਏ। ਬੜੀ ਵਾਰੀ ਤਾਕਤ ਹੱਥ ਵਿੱਚ ਆਈ ਹੈ ਕੌਮ ਦੇ, ਇੱਕ ਵਾਰੀ ਨਹੀਂ ਆਈ, ਬੜੀ ਵਾਰੀ ਤਾਕਤ ਆਈ ਹੱਥ ਵਿੱਚ, ਪਰ ਗਵਾ ਦਿੱਤੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਚਲੇ ਗਏ। ਵੈਸੇ ਨੇੜੇ ਸੀ, ਕੋਲ ਬੈਠੇ ਸੀ, ਹੈ ਤਾਂ ਨਾਲ ਹੀ ਸੀ, ਪਰ ਉਹਦੇ ਸ਼ਬਦ ਦੇ ਨੇੜੇ ਨਹੀਂ ਆਏ। ਬਾਬਾ ਫਰੀਦ ਜੀ ਨੇ ਕਿਹਾ ਨਿਵਣ ਸੋ ਅੱਖਰ, ਨਿਵਣ ਵਾਲੇ ਅੱਖਰ ਬੋਲ। ਉਹ ਅੱਖਰ ਉਹਦੇ ਨਾਲ ਸੰਪਰਕ ਕਰਾਉਂਦੇ ਨੇ, ਉਹਦੇ ਨਾਲ ਜੋੜ ਦਿੰਦੇ ਨੇ। ਇਸ ਤਰ੍ਹਾਂ ਨਿਵਣ ਵਾਲੇ ਅੱਖਰਾਂ ਦੀ ਗੱਲ ਕੀਤੀ। ਨਿਵਣ ਸੋ ਅੱਖਰ ਸੁਭਾਵ ਕਿਵੇਂ ਦਾ ਬਣਾਈਏ? ਖਵਣ ਗੁਣ। ਖਵਣ ਦੇ ਅਰਥ ਨੇ ਸਹਾਰਨਾ। ਖਵੈ ਸ਼ਬਦ ਦੇ ਅਰਥ ਨੇ ਸਹਾਰ ਲੈਣਾ। ਬਾਣੀ ਵਿੱਚ ਇੱਕ ਲਫ਼ਜ਼ ਆਇਆ ਹੈ ਕਿ ਪਰਮਾਤਮਾ ਹੋਰ ਸਭ ਕੁਝ ਸਹਾਰ ਲੈਂਦਾ ਹੈ, ਪਰ ਆਪਣੇ ਸੇਵਕ ਦਾ ਦੁੱਖ ਨਹੀਂ ਸਹਾਰਦਾ। ਹੋਰ ਸਭ ਕੁਝ ਸਹਾਰ ਲੈਂਦਾ ਹੈ, ਪਰ ਜਿਹੜਾ ਉਹਦਾ ਸੇਵਕ ਹੈ, ਜਦੋਂ ਉਹਨੂੰ ਦੁੱਖ ਆਉਂਦਾ ਹੈ ਤੇ ਪਰਮਾਤਮਾ ਸਹਾਰ ਨਹੀਂ ਸਕਦਾ।
ਪ੍ਰਭ ਦਾਸ ਕਾ ਦੁੱਖ ਨਾ ਖਵ ਸਕੈ। ਖਵ ਦੇ ਅਰਥ ਨੇ ਸਹਾਰਨਾ, ਸਹਾਰ ਨਹੀਂ ਸਕਦਾ। ਫੜ ਜੋਨੀ ਜੁੱਤੇ, ਜਿਹੜੇ ਉਹਨੂੰ ਦੁੱਖ ਦੇਣ ਵਾਲੇ ਸਨ, ਫੜ ਕੇ ਉਹਨਾਂ ਨੂੰ ਜੋਨ ਵਿੱਚ ਜੋ ਦਿੱਤਾ। ਤਾਂ ਨਿਮਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਜ਼ੁਬਾਨ ਨੂੰ ਆਧਾਰ ਬਣਾ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਇਸ ਲਈ ਅੱਖਰ ਜਿਹੜਾ ਹੈ, ਸ਼ਬਦ ਜਿਹੜਾ, ਇਹਦੇ ਦੁਆਰਾ ਹੀ ਸੰਸਾਰ ਵਿੱਚ ਸਫ਼ਰ ਹੁੰਦਾ ਹੈ। ਇਹਦੇ ਦੁਆਰਾ ਹੀ ਨਿਰੰਕਾਰ ਦੀ ਦੁਨੀਆ ਵਿੱਚ ਸਫ਼ਰ ਹੁੰਦਾ ਹੈ। ਸ਼ਬਦ ਤੋਂ ਟੁੱਟਿਆ ਹੋਇਆ ਵਿਅਕਤੀ ਇਸ ਤਰ੍ਹਾਂ ਹੈ ਜਿਵੇਂ ਆਕਾਸ਼ ਵਿੱਚ ਉੱਡਦਾ ਹੋਇਆ ਜਹਾਜ਼, ਉਹਦਾ ਸੰਪਰਕ ਰਡਾਰ ਨਾਲੋਂ ਟੁੱਟ ਜਾਏ, ਵਾਇਰਲੈਸ ਬੰਦ ਹੋ ਜਾਏ, ਕੀ ਪਤਾ ਕਿੱਧਰ ਚਲਾ ਜਾਏਗਾ। ਕਿਸੇ ਪਾਸੇ ਉਹਦਾ ਸੰਪਰਕ ਨਹੀਂ, ਉਹਨੂੰ ਲਾਈਨ ਨਹੀਂ ਮਿਲੇਗੀ, ਉਹਨੂੰ ਉਤਰਨ ਵਾਸਤੇ ਥਾਂ ਨਹੀਂ ਮਿਲੇਗੀ, ਗਵਾਚ ਜਾਏਗਾ, ਦੁਰਘਟਨਾਗ੍ਰਸਤ ਹੋ ਜਾਏਗਾ, ਖਰਾਬ ਹੋ ਜਾਏਗਾ। ਤਾਂ ਸਾਡਾ ਜੀਵਨ ਗੁਰੂ ਨਾਲੋਂ ਟੁੱਟ ਗਿਆ ਹੈ, ਸ਼ਬਦ ਨਾਲੋਂ ਦੂਰ ਚਲਾ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪਾਸੇ ਚਲਾ ਗਿਆ। ਤਾਂ ਸਾਡਾ ਜੀਵਨ ਹੁਣ ਕਿਵੇਂ ਦਾ ਹੈ? ਜਿਵੇਂ ਇੱਕ ਸੰਪਰਕ ਤੋਂ ਬਿਨਾਂ ਕੋਈ ਹਵਾਈ ਜਹਾਜ਼ ਆਕਾਸ਼ ਵਿੱਚ ਉੱਡ ਰਿਹਾ ਹੈ, ਕੀ ਪਤਾ ਕਿੰਨਾ ਚਿਰ ਉੱਡੇ, ਤਾਂ ਉਹ ਖਤਮ ਹੋ ਜਾਏਗਾ, ਨਸ਼ਟ ਹੋ ਜਾਏਗਾ। ਅਸੀਂ ਕਵਾਂਗੇ ਚੱਲ ਹੀ ਰਹੇ ਹਾਂ, ਅੰਦਰਲਾ ਪਾਸਾ ਜਿਹੜਾ ਹੈ ਉਹ ਤਾਂ ਨਸ਼ਟ ਹੋ ਚੁੱਕਾ ਹੈ। ਬੁੱਤ ਵਾਂਗੂ ਸਰੀਰ ਜੀ ਰਿਹਾ ਹੈ, ਇੱਕ ਮਸ਼ੀਨ ਵਾਂਗੂ ਸਰੀਰ ਚੱਲ ਰਿਹਾ ਹੈ, ਕਿਉਂਕਿ ਇੰਜਨ ਵਿੱਚ ਜਿੰਨਾ ਕੁ ਤੇਲ ਹੈ ਉਹਨਾਂ ਚਿਰ ਆਵਾਜ਼ ਤੇ ਉਹਦੀ ਆਉਣੀ ਹੈ ਨਾ। ਅਜੇ ਤਾਂ ਡੀਜ਼ਲ ਪਿਆ ਹੋਇਆ ਨਾ, ਸਵਾਸ ਹੈਣ ਪਾਏ ਨੇ ਰੱਬ ਨੇ ਅੰਦਰ। ਇਹ ਤਾਂ ਸਿਰਫ ਇੱਕ ਚੱਲਦੀ ਹੋਈ ਬੇਕਾਰ ਮਸ਼ੀਨ ਹੈ, ਉਹਦੇ ਨਾਮ ਤੋਂ ਬਿਨਾਂ, ਜੋ ਸਫ਼ਰ ਨਹੀਂ ਕਰ ਰਹੀ, ਕਿਤੇ ਨਹੀਂ ਪਹੁੰਚ ਰਹੀ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਸ਼ਬਦ ਤੋਂ ਹੀਣਾ ਜੀਵਨ, ਗੁਰੂ ਤੋਂ ਬਿਨਾਂ ਜੀਵਨ ਨਿਕੰਮਾ ਹੈ, ਕਿਸੇ ਕੰਮ ਦਾ ਨਹੀਂ। ਇਸ ਲਈ ਬਚਨ ਕੀਤੇ ਅੱਖਰੀ ਨਾਮ, ਅੱਖਰੀ ਸਲਾਹ, ਅੱਖਰਾਂ ਦੇ ਨਾਲ ਹੀ ਉਹਦੀ ਸਿਫਤ ਸਲਾਹ ਹੋ ਸਕਦੀ, ਹੋਰ ਕੋਈ ਤਰੀਕਾ ਨਹੀਂ ਹੈ। ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ, ਜੇ ਕੁਝ ਤੂੰ ਲਿਖਣਾ ਹੈ ਤਾਂ ਉਹ ਲਿਖਿਆ ਵੀ ਅੱਖਰ ਦੁਆਰੇ ਜਾਏਗਾ। ਅੱਖਰੀ ਲਿਖਣ ਬੋਲਣ, ਜੇ ਬੋਲਣਾ ਹੈ ਤੇ ਸ਼ਬਦ ਦੀ ਵਰਤੋਂ ਕਰਨੀ ਪੈਗੀ। ਬੋਲਣ ਬਾਣ ਅੱਖਰਾਂ ਸਿਰ, ਸੰਜੋਗ ਵਖਾਣ, ਭਾਸ਼ਾ ਦੇ ਅੱਖਰਾਂ ਦੇ ਸਿਰ ਤੇ ਹੀ ਇਹ ਸਭ ਕੁਝ ਪੈਦਾ ਹੁੰਦਾ ਹੈ। ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਜਿਹੜੀ 52-35 ਅੱਖਰੀ ਸੀ, ਜਿਹਦੇ ਉੱਤੇ ਪੰਜਾਬੀ ਭਾਸ਼ਾ ਗੁਰਮੁਖੀ ਜਿਹਨੂੰ ਕਹਿੰਦੇ ਆ, ਪੰਜਾਬੀ ਪਹਿਲਾਂ ਵੀ ਐਸੀ, ਬਾਅਦ ਵਿੱਚ ਗੁਰਮੁਖੀ ਬਣੀ। ਗੁਰਮੁਖੀ ਦਾ ਅਰਥ ਹੈ ਉਹ 35 ਅੱਖਰ ਦਿੱਤੇ। ਵੈਸੇ ਗੁਰੂ ਨਾਨਕ ਦੇਵ ਜੀ ਨੇ ਵੀ 35 ਅੱਖਰੀ ਦੀ ਵਰਤੋਂ ਕਰ ਲਈ ਸੀ, ਅੱਖਰ ਬਣ ਗਏ ਸਨ ਗੁਰੂ ਨਾਨਕ ਸਾਹਿਬ ਦੇ ਵਕਤ ਵੀ ਗੁਰਮੁਖੀ ਦੇ। ਪੰਜਾਬੀ ਕਿੱਥੋਂ ਬਣੀ? ਅੱਜ ਇੱਕ ਬੜਾ ਵੱਡਾ ਸੰਕਟ ਹੈ ਵੀ ਸਿੱਖ ਜਗਤ ਪੰਜਾਬੀ ਤੋਂ ਦੂਰ ਜਾ ਰਿਹਾ ਹੈ, ਆਪਣੀ ਖੇਤਰੀ ਭਾਸ਼ਾ ਨਾਲ ਜੁੜਦਾ ਜਾਂਦਾ ਹੈ। ਤਾਂ ਇਹ 35 ਅੱਖਰ ਦਿੱਤੇ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ। ਕਿੱਥੋਂ ਪੈਦਾ ਕੀਤੇ ਉਹਨਾਂ ਨੇ? ਅੱਖਰ ਕਿੱਥੋਂ ਆਏ ਨੇ? ਭਾਸ਼ਾ ਕਿੱਥੋਂ ਪੈਦਾ ਹੋਈ? ਜਿੰਨੇ ਅੱਖਰ ਨੇ 35 ਅੱਖਰੀ ਦੇ, ਸਾਰਿਆਂ ਦਾ ਉਚਾਰਨ ਸਥਾਨ ਬੰਦੇ ਦੇ ਸਰੀਰ ਵਿੱਚ ਹੈ। ਸਰੀਰ ਦੇ ਵਿੱਚ ਇਹਨਾਂ ਦਾ ਉਚਾਰਨ ਸਥਾਨ ਹੈ। ਬਹਿ ਕੇ ਕਿਤੇ 1 ਘੰਟਾ ਅਭਿਆਸ ਕਰ ਲੈਣਾ 35 ਅੱਖਰ, ਪਹਿਲੇ ਤੋਂ ਲੈ ਕੇ ਬੋਲਣਾ, ਵਾਰ-ਵਾਰ ਲੰਬਾ ਬੋਲ ਕੇ ਵੇਖਣਾ, ਪਤਾ ਲੱਗ ਜਾਏਗਾ ਵੀ ਇਸ ਅੱਖਰ ਦਾ ਸੈਂਟਰ ਕਿਹੜੀ ਥਾਂ ਤੇ, ਕਿੱਥੋਂ ਗਲੇ ਵਿੱਚੋਂ ਆ ਰਿਹਾ ਹੈ, ਨਾਸਕਾ ਵਿੱਚੋਂ ਆ ਰਿਹਾ ਹੈ, ਨਾਭੀ ਵਿੱਚੋਂ ਆ ਰਿਹਾ ਹੈ ਕਿ ਹਿਰਦੇ ਵਿੱਚੋਂ ਜਾਂ ਸਿਰ ਵਿੱਚੋਂ ਆ ਰਿਹਾ ਹੈ। ਅੱਖਰਾਂ ਦਾ ਸਥਾਨ ਹੈ ਸਰੀਰ ਦੇ ਅੰਦਰ। ਤਾਂ ਗੁਰੂ ਸਾਹਿਬ ਨੇ ਜਿਹੜੀ ਗੁਰਮੁਖੀ ਪੈਦਾ ਕੀਤੀ, ਸਰੀਰ ਦੇ ਵਿੱਚੋਂ ਹੀ ਪੈਦਾ ਕੀਤੀ। ਗੁਰਮੁਖੀ ਦੇ 35 ਅੱਖਰ ਬਣਾਏ, 35 ਅੱਖਰਾਂ ਦਾ ਜੋੜ ਕਰ ਦਿੱਤਾ ਤੇ ਫਿਰ ਉਹਦੇ ਵਿੱਚ ਬਾਣੀ ਉਚਾਰੀ। ਬਾਣੀ ਪਹਿਲਾਂ ਵੀ ਐਸੀ, ਤੁਸੀਂ ਕਦੀ ਪੜ੍ਹ ਕੇ ਵੇਖੋ। ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਭਗਤ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹਨਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਵੀ ਹੈ। ਕਬੀਰ ਜੀ ਦੀ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਇਹਦੇ ਤੋਂ ਬਿਨਾ ਹੋਰ ਵੀ ਉਹ ਕਹਿੰਦੇ ਨੇ ਵੀ ਇੱਕ ਬਾਣੀ ਹੈ ਕਬੀਰ ਜੀ ਦੀ, ਉਹਨਾਂ ਦਾ ਇੱਕ ਗ੍ਰੰਥ ਵੀ ਹੈ। ਉਹਨੂੰ ਜੇ ਕਿਤੇ ਮਿਲੇ ਪੜ੍ਹ ਕੇ ਦੇਖਣਾ, ਮੈਂ ਪੜ੍ਹ ਕੇ ਵੇਖੀ ਹੈ।
ਬਾਣੀ ਵਿੱਚ ਵਿਚਾਰ ਇਹ ਨੇ, ਉਸ ਬਾਣੀ ਵਿੱਚ ਵੀ ਹੋ ਸਕਦਾ ਕਬੀਰ ਜੀ ਦੀ ਹੋਵੇ, ਪਰ ਉਹ ਬਾਣੀ ਜਿਹੜੀ ਜਾਂ ਬ੍ਰਿਜ ਭਾਸ਼ਾ ਵਿੱਚ ਜਾਂ ਉਸ ਵਕਤ ਦੀ ਪ੍ਰਚਲਿਤ ਜਿਹੜੀ ਪ੍ਰਕਿਰਤੀ ਹੈ, ਜਾਂ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ, ਹਿੰਦੀ ਵਿੱਚ ਲਿਖੀ ਹੈ, ਸ਼ਬਦ ਉਹ ਹੀ ਨੇ, ਅੱਖਰ ਹੋਰ ਨੇ। ਜਦੋਂ ਉਸੇ ਬਾਣੀ ਨੂੰ ਗੁਰੂ ਸਾਹਿਬ ਨੇ ਪੰਜਾਬੀ ਅੱਖਰਾਂ ਦੇ ਵਿੱਚ ਪਾਇਆ, ਗੁਰਮੁਖੀ ਅੱਖਰਾਂ ਵਿੱਚ ਪਾਇਆ, ਤੇ ਉਹਨਾਂ ਦੀ ਤਸਵੀਰ ਬਦਲ ਗਈ, ਉਹਨਾਂ ਦਾ ਅਸਰ, ਉਹਨਾਂ ਦਾ ਪ੍ਰਭਾਵ ਹੀ ਚੇਂਜ ਹੋ ਗਿਆ। ਤਾਂ ਇਹ ਜਿਹੜੀ ਭਾਸ਼ਾ ਹੈ ਨਾ ਪੰਜਾਬੀ, ਜਿਹਨੂੰ ਗੁਰਮੁਖੀ ਕਹਿੰਦੇ ਨੇ, ਇਹ ਭਾਸ਼ਾ ਵੀ ਅਧਿਆਤਮਕ ਭਾਸ਼ਾ ਹੈ, ਪਰਮਾਤਮਾ ਦੇ ਨਾਲ ਜੋੜਨ ਵਾਲੀ, ਕਿਉਂਕਿ ਗੁਰੂ ਦੇ ਮੂੰਹ ਤੋਂ ਨਿਕਲੀ ਹੈ, ਗੁਰੂ ਨਾਲ ਜੋੜਨ ਵਾਲੀ ਹੈ। ਇਸ ਕਰਕੇ ਅੱਖਰਾਂ ਸਿਰ ਸੰਜੋਗ ਵਿਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਪਰ ਜਿਹੜੇ ਪਰਮਾਤਮਾ ਨੇ ਇਹ ਅੱਖਰ ਲਿਖੇ ਨੇ, ਪੈਦਾ ਕੀਤੇ ਨੇ, ਸਰੀਰ ਬਣਾਏ ਨੇ, ਉਹ ਇਹਨਾਂ ਅੱਖਰਾਂ ਤੋਂ ਪਾਰ ਹੈ। ਪਰ ਉਹਦੇ ਨਾਲ ਜੁੜਨ ਵਾਸਤੇ ਇਹ ਅੱਖਰ ਵਰਤਨੇ ਪੈਣਗੇ, ਇਹਨਾਂ ਨੂੰ ਜਪਣਾ ਪਏਗਾ, ਇਹਨਾਂ ਨਾਲ ਜੁੜਨਾ ਪਏਗਾ। ਇਹਨਾਂ ਅੱਖਰਾਂ ਨਾਲ ਜਦੋਂ ਜੁੜਾਂਗੇ ਤਾਂ ਇਹਨਾਂ ਨੂੰ ਜਪਦਿਆਂ ਜਪਦਿਆਂ ਉਸ ਅੱਖਰ ਦੀ ਸਮਝ ਆ ਜਾਏਗੀ ਜਿਹੜਾ ਭਾਸ਼ਾ ਤੋਂ ਪਾਰ ਹੈ, ਜਿਹਨੂੰ ਕਬੀਰ ਜੀ ਨੇ ਕਿਹਾ 52 ਅੱਖਰ ਲੋਕ ਤਰੈ। ਉਦੋਂ 52 ਅੱਖਰ ਹੀ ਸੀ। 52 ਅੱਖਰ ਲੋਕ ਤਰੈ, ਸਭ ਕੁਛ ਇਨਹੀ ਮਾਹੇ। ਆ ਜਿੰਨਾ ਬ੍ਰਹਿਮੰਡ ਇਹਨਾਂ ਅੱਖਰਾਂ ਵਿੱਚ ਬੱਝਾ ਹੋਇਆ, ਇਹ ਸ਼ਬਦ ਦੀ ਕਲਾ ਹੈ। ਇਸ ਨੂੰ ਇਲਮ ਕਹਿੰਦੇ ਨੇ। ਤੁਹਾਡੇ ਕਾਲੇ ਇਲਮ ਵਾਲੇ ਬਹੁਤ ਫਿਰਦੇ ਨੇ, ਅੱਖਰਾਂ ਦਾ ਹਰ ਫੇਰ ਹੋਰ ਕੁਝ ਵੀ ਨਹੀਂ ਹੈ। ਜੇ ਬਾਣੀ ਨਾਲ ਜੁੜ ਗਏ ਤਾਂ ਉਹ ਅੱਖਰ ਇੱਥੇ ਕੋਈ ਅਸਰ ਨਹੀਂ ਕਰਦਾ। ਤਾਂ ਇਹ 52 ਅੱਖਰ ਲੋਕ ਤਰੈ, ਸਭ ਕੁਛ ਇਨਹੀ ਮਾਹੇ। ਇਹ ਅੱਖਰ ਖਿਰ ਜਾਏਂਗੇ। ਖਿਰ ਦਾ ਅਰਥ ਹੈ ਖੁਰ ਜਾਣਾ। ਇਹ ਇੱਥੇ ਲਿਖੇ ਗਏ ਨੇ। ਜਦੋਂ ਕੋਈ ਇਹਨਾਂ ਨੂੰ ਜਪੇਗਾ, ਇਹਦੇ ਅਰਥ ਇਹ ਨਹੀਂ ਬਣ ਸਕਦੇ ਵੀ ਇਹ ਅੱਖਰ ਨਾਸ਼ਮਾਨ ਨੇ। ਇਹ ਅੱਖਰ ਖਿਰ ਜਾਏਂਗੇ। ਖਿਰ ਦਾ ਅਰਥ ਹੈ ਖੁਰ ਜਾਣਾ। ਤੁਸੀਂ ਸ਼ਬਦ ਸਮਝਦੇ ਹੋਵੋਗੇ, ਘੁਲ ਜਾਣਾ, ਮਿਕਸ ਹੋ ਜਾਣਾ। ਜਿਵੇਂ ਮੈਂ ਉਦਾਹਰਨ ਦੇ ਦਿਆਂ ਵੀ ਪਾਣੀ ਹੈ ਤੇ ਪਾਣੀ ਦੇ ਵਿੱਚ ਪਤਾਸਾ ਪਾਓ, ਪਹਿਲਾਂ ਉਹਦਾ ਵਜੂਦ ਹੈ, ਜਦੋਂ ਹਿਲਾਓਗੇ ਪਤਾਸੇ ਦਾ ਵਜੂਦ ਖਤਮ ਹੋ ਜਾਏਗਾ, ਖੁਰ ਜਾਏਗਾ, ਪਾਣੀ ਵਿੱਚ ਘੁਲ ਜਾਏਗਾ, ਪਾਣੀ ਮਿੱਠਾ ਹੋ ਜਾਏਗਾ। ਇਹ ਅੱਖਰ ਖਿਰ ਜਾਏਂਗੇ। ਜਦੋਂ ਕੋਈ ਇਹਨਾਂ ਅੱਖਰਾਂ ਨੂੰ ਜਪੇਗਾ, ਬਾਣੀ ਨੂੰ ਜਪੇਗਾ, ਨਾਮ ਨੂੰ ਜਪੇਗਾ, ਤਾਂ ਜਪਦਿਆਂ ਜਪਦਿਆਂ ਇਹ ਅੱਖਰ ਖੁਰ ਜਾਣਗੇ, ਘੁਲ ਜਾਣਗੇ, ਜੀਵਨ ਵਿੱਚ ਮਿਕਸ ਹੋ ਜਾਣਗੇ। ਉੱਥੇ ਫਿਰ ਇਹਨਾਂ ਦਾ ਆਕਾਰ ਨਹੀਂ ਬਚੇਗਾ। ਆ ਜਦੋਂ ਅੰਮ੍ਰਿਤ ਛਕਾਉਂਦੇ ਨਾ, ਅੰਮ੍ਰਿਤ ਪਾਨ ਕਰਾਉਂਦੇ ਨੇ, ਉਦੋਂ ਪਤਾਸੇ ਵਿੱਚ ਪਾਉਂਦੇ, ਉਹਦੇ ਬੜੇ ਅਰਥ ਹੋ ਸਕਦੇ। ਉਹਦਾ ਮਤਲਬ ਇਹ ਹੈ, ਗੁਰੂ ਕੇ ਸਿੱਖਾ, ਜਿਵੇਂ ਇਸ ਬਾਟੇ ਵਿੱਚ ਪਤਾਸੇ ਪਾਏ ਨੇ, ਉਹਨਾਂ ਦਾ ਹੁਣ ਸਰੂਪ ਨਹੀਂ ਬਚਿਆ, ਹੁਣ ਪਾਣੀ ਮਿੱਠਾ ਕਰ ਦਿੱਤਾ ਉਹਨਾਂ ਨੇ। ਤੇ ਜਿਹੜਾ ਸ਼ਬਦ ਤੈਨੂੰ ਹੁਣ 5 ਪਿਆਰਿਆਂ ਨੇ ਦੇਣਾ ਹੈ, ਇਹ ਤੇਰੇ ਜੀਵਨ ਵਿੱਚ ਹੁਣ ਤਾਂ ਦਿਸਦਾ ਹੈ, ਤੂੰ ਬੋਲਣਾ ਹੈ। ਪਰ ਜੇ ਮਿੱਤਰਾ ਇਹਨੂੰ ਬੋਲੇਗਾ, ਇਹਦੇ ਵਿੱਚ ਖੰਡਾ ਘੁਮਾਏਗਾ, ਸੁਰਤ ਨਾਲ, ਰਸਨਾ ਨਾਲ ਜਪੇਗਾ, ਇਹ ਸ਼ਬਦ ਤੇਰੇ ਜੀਵਨ ਵਿੱਚ ਖੁਰ ਜਾਏਗਾ। ਇਹਦਾ ਵਜੂਦ ਇਸ ਤਰ੍ਹਾਂ ਦਾ ਨਹੀਂ ਰਹੇਗਾ, ਪਰ ਤੇਰੇ ਜੀਵਨ ਨੂੰ ਮਿੱਠਾ ਜ਼ਰੂਰ ਕਰ ਜਾਏਗਾ, ਘੁਲ ਜਾਏਗਾ ਉਹਦੇ ਵਿੱਚ। ਇਹ ਸ਼ਬਦ ਦੀ ਦਾਤ ਬਖਸ਼ੀ ਗੁਰੂ ਸਾਹਿਬ ਨੇ। ਇਸ ਕਰਕੇ ਇਸ ਸ਼ਬਦ ਨਾਲ ਜੁੜਨਾ ਅਤ ਜ਼ਰੂਰੀ ਹੈ। ਉਹ ਅੱਖਰ ਇਨ ਮੈਂ ਨਾ ਹੈ, ਉਹ ਅੱਖਰ ਇਸ ਤੋਂ ਅੱਗੇ ਹੈ। ਉਸ ਅੱਖਰ ਨਾਲ ਜੁੜਨ ਦਾ ਸਤਿਗੁਰੂ ਨੇ ਉਪਦੇਸ਼ ਦਿੱਤਾ। ਅੱਜ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।